ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PSTET, CTET, ਮਾਸਟਰ ਕੇਡਰ, NTT ਅਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋਗੇ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਨਾਲ ਰਿਲੇਟਡ ਪਾਰਟ ਨੰਬਰ 2, ਜਿਸ ਦੇ ਵਿੱਚ ਵੈਰੀ ਇੰਪੋਰਟੈਂਟ ਜੋ ਜਿਹੜੀਆਂ ਵਾਰਸ ਰਹੀਆਂ ਨੇ, ਲੜਾਈਆਂ ਰਹੀਆਂ ਨੇ, ਆਪਾਂ ਉਸ ਨੂੰ ਡਿਸਕਸ ਕਰਾਂਗੇ ਕਿਉਂਕਿ ਜ਼ਿਆਦਾਤਰ ਜਿਹੜੇ ਕੁਐਸਚਨ ਉਹ ਲੜਾਈਆਂ ਨੂੰ ਹੀ ਲੈ ਕੇ ਆਉਂਦੇ ਆ। ਸੋ ਪੂਰੀ ਡਿਟੇਲ ਦੇ ਵਿੱਚ ਆਪਾਂ ਇਸ ਥਿਊਰੀ ਨੂੰ ਜਿਹੜਾ ਡਿਸਕਸ ਕਰਾਂਗੇ। ਸੋ 2-3 ਪਾਰਟ ਜਿਹੜੇ ਇਸ 'ਤੇ ਹੋਰ ਬਣ ਜਾਣਗੇ ਕਿਉਂਕਿ ਕਾਫੀ ਵੱਡਾ ਚੈਪਟਰ ਇਸ ਦੇ ਵਿੱਚ ਸੰਧੀਆਂ ਵਗੈਰਾ, ਅੰਗਰੇਜ਼ਾਂ ਦੇ ਨਾਲ ਕਿਹੋ ਜਿਹੇ ਸੰਬੰਧ ਰਹੇ, ਉਹ ਸਾਰੇ ਇਸ ਦੇ ਵਿੱਚ ਇਨਕਲੂਡ ਨੇਗੇ। ਸੋ ਇਹ ਤੁਹਾਨੂੰ ਮਾਸਟਰ ਕੇਡਰ, NTT, ਪਟਵਾਰੀ, ਪੰਜਾਬ ਪੁਲਿਸ ਅਤੇ PCPL ਅਤੇ ਸੁਪਰਵਾਈਜ਼ਰ ਅਤੇ PSTET ਐਗਜ਼ਾਮ ਦੇ ਲਈ ਹੈਲਪਫੁਲ ਰਹੂਗੀ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਬੇੜ ਅਗਰ ਤੁਸੀਂ ਜੁਆਇਨ ਕਰਨਾ ਚਾਹੋ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਓਕੇ, ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਅੱਜ ਦਾ ਸਾਡਾ ਫਸਟ ਜਿਹੜਾ ਟੌਪਿਕ ਰਹੇਗਾ, ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਿਲੇਟਡ ਸਾਮਰਾਜ। ਸੋ ਸਾਮਰਾਜ ਦੇ ਜਾਂ ਵਿਸਤਾਰ ਦੀ ਗੱਲ ਕਰੀਏ ਤਾਂ ਇਸ ਦੇ ਖੇਤਰ ਦੀ ਗੱਲ ਕਰੀਏ ਤਾਂ ਉੱਤਰ ਦੇ ਵਿੱਚ ਜਿਹੜਾ ਇਸ ਦਾ ਲਦਾਖ ਦਾ ਜਿਹੜਾ ਖੇਤਰ ਸੀਗਾ ਉਹ ਇਸ ਦੀ ਉੱਤਰੀ ਬਾਉਂਡਰੀ ਸੀਗਾ, ਜਾਣੀ ਕਿ ਉੱਤਰ ਦੇ ਵਿੱਚ ਇਸ ਦਾ ਲਦਾਖ ਸੀਗਾ ਅਤੇ ਦੱਖਣ ਦੇ ਵਿੱਚ ਸ਼ਿਕਾਰਪੁਰ ਦਾ ਜਿਹੜਾ ਖੇਤਰ ਸੀਗਾ ਉੱਥੋਂ ਤੱਕ ਇਸ ਦੀ ਬਾਉਂਡਰੀ ਸੀਗੀ। ਠੀਕ ਹੈ, ਅਗਰ ਅਸੀਂ ਪੂਰਬ ਦੀ ਗੱਲ ਕਰੀਏ ਤਾਂ ਪੂਰਬ ਦੇ ਵਿੱਚ ਪੇਸ਼ਾਵਰ ਦਾ ਖੇਤਰ ਸੀਗਾ ਜਿਹੜਾ ਉਹ ਇਸ ਦੀ ਆਖਰੀ ਬਾਉਂਡਰੀ ਸੀਗੀ। ਇਸ ਤੋਂ ਇਲਾਵਾ ਪੱਛਮ ਦੇ ਵਿੱਚ ਸਤਲੁਜ ਨਦੀ, ਠੀਕ ਹੈ, ਸਤਲੁਜ ਨਦੀ ਤੋਂ ਲੈ ਕੇ ਪੂਰਬ ਦੇ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੇਸ਼ਾਵਰ ਜਿਹੜਾ ਪੱਛਮ ਦੇ ਵਿੱਚ ਪੇਸ਼ਾਵਰ ਦਾ ਇਲਾਕਾ ਸੀ, ਉੱਥੋਂ ਤੱਕ ਇਸ ਦੇ ਸਾਮਰਾਜ ਦਾ ਜਿਹੜਾ ਵਿਸਤਾਰ ਸੀ। ਜਾਣੀ ਕਿ ਕਾਫੀ ਵੱਡਾ ਜਿਹੜਾ ਹੈ ਇਹਨਾਂ ਨੇ ਸਿੱਖ ਸਾਮਰਾਜ ਨੂੰ ਜਿਹੜਾ ਇਸਟੈਬਲਿਸ਼ ਕਰ ਲਿੱਤਾ ਸੀਗਾ ਔਰ ਪਹਿਲੇ ਰਾਜੇ ਕਹਿ ਸਕਦੇ ਹਾਂ ਸਿੱਖਾਂ ਦੇ, ਜਿਸ ਨੇ ਐਡਾ ਵੱਡਾ ਜਿਹੜਾ ਸਾਮਰਾਜ ਆਪਣਾ ਉਹ ਕਰ ਲਿਆ ਸੀਗਾ, ਸਾਮਰਾਜ ਦਾ ਵਿਸਤਾਰ। ਓਕੇ, ਸੋ ਨੈਕਸਟ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਿਲੇਟਡ ਇੰਪੋਰਟੈਂਟ ਜੋ ਜਿੱਤਾਂ ਰਹੀਆਂ ਨੇ, ਜਿਨ੍ਹਾਂ ਦਾ ਜ਼ਿਕਰ ਆਪਾਂ ਇੱਥੇ 1 ਬਾਈ 1 ਕਰਾਂਗੇ। ਸੋ ਇਹ ਇੰਪੋਰਟੈਂਟ ਹੈ, ਸੋ ਇਸ ਕਰਕੇ ਇਹਨਾਂ ਨੂੰ ਡਿਟੇਲ ਦੇ ਵਿੱਚ ਡਿਸਕਸ ਕੀਤਾ ਹੈ। ਸੋ ਇਸ ਤੋਂ ਪਹਿਲਾਂ ਫਸਟ ਪਾਰਟ ਦੇ ਵਿੱਚ ਕੁਛ ਜਿੱਤਾਂ ਜਿਹੜੀਆਂ ਡਿਸਕਸ ਕੀਤੀਆਂ ਸੀ ਉਹ ਇੰਨੀਆਂ ਇੰਪੋਰਟੈਂਸ ਨਹੀਂ ਰੱਖਦੀਆਂ, ਹਾਲਾਂਕਿ ਰੱਖਦੀਆਂ ਨੇ ਬਟ ਇੰਨੀ ਜ਼ਿਆਦਾ ਨਹੀਂ ਜਿੰਨੇ ਕਿ ਇਹ ਵਾਲੀਆਂ ਲੜਾਈਆਂ ਰੱਖਣਗੀਆਂ, ਕਿਉਂਕਿ ਇਹਨਾਂ ਦੇ ਵਿੱਚ ਉਹੀ ਜ਼ਿਆਦਾਤਰ ਜਿਹੜਾ ਕੁਐਸਚਨ ਉਹ ਬਣੇਗਾ। ਓਕੇ, ਸੋ ਫਸਟ ਹੈ ਮੁਲਤਾਨ ਦੀ ਲੜਾਈ। ਸੋ ਮੁਲਤਾਨ ਦੀ ਲੜਾਈ ਦੇ ਵਿੱਚ ਗੱਲ ਕਰੀਏ ਤਾਂ 1752 ਦੇ ਵਿੱਚ ਅਫਗਾਨਿਸਤਾਨ ਦਾ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਸੀਗਾ, ਉਸ ਨੇ 1752 ਦੇ ਵਿੱਚ ਮੁਲਤਾਨ ਦੇ ਉੱਪਰ ਕਬਜ਼ਾ ਕਰ ਲਿਆ ਸੀਗਾ। ਔਰ ਇਸ ਤੋਂ ਬਾਅਦ 1772 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਤੋਂ ਇਹ ਇਲਾਕਾ ਭੰਗੀ ਸਰਦਾਰਾਂ ਨੇ ਖੋਹ ਕੇ ਆਪਣੇ ਅਧੀਨ 1772 ਦੇ ਵਿੱਚ ਕਰ ਲਿਆ ਸੀਗਾ। ਇਸ ਤੋਂ ਬਾਅਦ ਇਹਨਾਂ ਦੇ ਵਿੱਚ 1779 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਉੱਤਰਾਧਿਕਾਰੀ ਬਣਿਆ ਸੀਗਾ ਤੈਮੂਰ ਸ਼ਾਹ। ਉਸ ਨੇ ਭੰਗੀ ਸਰਦਾਰਾਂ ਨੂੰ ਹਰਾ ਕੇ ਇਸ ਦੇ ਉੱਪਰ ਆਪਣਾ ਅਧਿਕਾਰ ਜਿਹੜਾ ਉਹ ਸਥਾਪਿਤ ਕਰ ਲਿਆ ਸੀ, ਜਾਣੀ ਕਿ ਦੁਬਾਰਾ ਤੋਂ ਜਿਹੜਾ ਅਫਗਾਨਾਂ ਦਾ ਇੱਥੇ ਜਿਹੜਾ ਸ਼ਾਸਨ ਹੋ ਗਿਆ ਸੀਗਾ। ਠੀਕ ਹੈ, ਸੋ ਉਸ ਨੇ ਨਵਾਬ ਮੁਜ਼ੱਫਰ ਖਾਨ ਨੂੰ ਮੁਲਤਾਨ ਦਾ ਜਿਹੜਾ ਗਵਰਨਰ ਨਿਯੁਕਤ ਕੀਤਾ ਸੀਗਾ ਤੈਮੂਰ ਸ਼ਾਹ ਨੇ, ਤਾਂ ਕਿ ਉਹ ਇਸ ਦੇ ਸ਼ਾਸਨ ਪ੍ਰਬੰਧ ਨੂੰ ਜਿਹੜਾ ਹੈ ਅੱਛੇ ਤਰੀਕੇ ਦੇ ਨਾਲ ਚਲਾ ਸਕੇ। ਠੀਕ ਹੈ, ਸੋ ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਸ਼ਾਸਨ ਦੇ ਵਿੱਚ ਸੀ ਤਾਂ ਉਸ ਸਮੇਂ ਮੁਜ਼ੱਫਰ ਖਾਨ ਜਿਹੜਾ ਹੈ ਉਹ ਮੁਲਤਾਨ ਦਾ ਸ਼ਾਸਕ ਸੀਗਾ। ਸੋ ਉਸ ਸਮੇਂ ਮੁਜ਼ੱਫਰ ਖਾਨ ਜਿਹੜਾ ਉਹ ਮੁਲਤਾਨ ਦਾ ਗਵਰਨਰ ਬਣਿਆ ਹੋਇਆ ਸੀਗਾ। ਸੋ ਮੁਲਤਾਨ ਦਾ ਮਹੱਤਵ ਕੀ ਸੀ, ਜਿਸ ਕਾਰਨ ਕਰਕੇ ਹਰ ਕੋਈ ਉਸ ਦੇ ਉੱਪਰ ਰਾਜ ਕਰਨਾ ਚਾਹੁੰਦਾ ਸੀ। ਸੋ ਪਹਿਲਾਂ ਤਾਂ ਇਹ ਸੀਗਾ ਕਿ ਵਪਾਰਕ ਪੱਖੋਂ ਉਹ ਜਿਹੜਾ ਕਾਫੀ ਇੰਪੋਰਟੈਂਟ ਸੀਗਾ। ਇਸ ਤੋਂ ਇਲਾਵਾ ਸਿੰਚਾਈ ਦੇ ਸਾਧਨ ਉੱਥੇ ਕਾਫੀ ਜ਼ਿਆਦਾ ਵਿਕਸਿਤ ਸੀਗੇ, ਜਿਹਦੇ ਕਾਰਨ ਕਰਕੇ ਹਰ ਤਰ੍ਹਾਂ ਦੀ ਫਸਲ ਜਿਵੇਂ ਕਣਕ, ਕਪਾਹ, ਨੀਲ, ਬਾਜਰਾ ਇਹ ਚੰਗੀ ਤਰ੍ਹਾਂ ਉੱਥੇ ਉਗਾਏ ਜਾ ਸਕਦੇ ਸੀਗੇ। ਸੋ ਥੋੜ੍ਹੀ ਜਿਹੀ ਕਹਿ ਸਕਦੇ ਹਾਂ ਸਿੰਚਾਈ ਦੇ ਨਾਲ, ਕਿਉਂਕਿ ਪਾਣੀ ਪੱਖੋਂ ਜਾਂ ਸਿੰਚਾਈ ਦੇ ਸਾਧਨ ਪੱਖੋਂ ਜਿਹੜੀ ਇਹ ਖੇਤਰ ਜ਼ਿਆਦਾ ਡਿਵੈਲਪ ਸੀਗਾ। ਠੀਕ ਹੈ, ਸੋ ਇਸ ਕਾਰਨ ਕਰਕੇ ਇਸ ਦੀ ਜ਼ਿਆਦਾ ਇੰਪੋਰਟੈਂਸ ਸੀਗੀ। ਇਸ ਤੋਂ ਇਲਾਵਾ ਮੁਲਤਾਨ ਦੇ ਵਿੱਚ ਰੇਸ਼ਮੀ, ਸੂਤੀ ਕੱਪੜੇ ਅਤੇ ਸ਼ਾਲਾਂ ਅਤੇ ਖੇਸ ਦਰੀਆਂ ਬਣਾਉਣ ਦਾ ਜਿਹੜਾ ਪ੍ਰਸਿੱਧ ਉਦਯੋਗ ਪ੍ਰਚਲਿਤ ਸੀ, ਜੋ ਕਿ ਵਿਦੇਸ਼ਾਂ ਨੂੰ ਭੇਜਿਆ ਜਾਂਦਾ ਸੀ। ਸੋ ਇਸ ਕਰਕੇ ਵੀ ਜਿਹੜਾ ਵਪਾਰਕ ਪੱਖੋਂ ਇਸ ਦੀ ਮਹੱਤਤਾ ਸੀਗੀ। ਮੁਲਤਾਨ ਦੀ ਤਕਰੀਬਨ ਸਾਲਾਨਾ ਆਮਦਨ ਜਿਹੜੀ ਉਹ 7 ਲੱਖ ਰੁਪਈਆ ਸੀਗੀ। ਸੋ ਹਰ ਕੋਈ ਇਸ ਆਮਦਨ ਨੂੰ ਜਿਹੜਾ ਹੈ ਉਹ ਪ੍ਰਾਪਤ ਕਰਨਾ ਚਾਹੁੰਦਾ ਸੀਗਾ। ਸੋ ਇਸ ਕਰਕੇ ਕੋਸ਼ਿਸ਼ ਰਹਿੰਦੀ ਸੀ ਕਿ ਹਰ ਕੋਈ ਇਸ ਨੂੰ ਆਪਣੇ ਅਧੀਨ ਕਰ ਲਵੇ। ਤਾਂ ਰਣਜੀਤ ਸਿੰਘ ਨੇ ਆਪਣੇ ਅਧੀਨ ਕਰਨ ਦੇ ਲਈ ਮੁਲਤਾਨ ਨੂੰ ਕਾਫੀ ਸਾਰੀਆਂ ਜਿਹੜੀਆਂ ਮੁਹਿੰਮਾਂ ਜਾਂ ਕੋਸ਼ਿਸ਼ਾਂ ਕੀਤੀਆਂ, ਜਿਹਦੇ ਰਾਹੀਂ ਉਹਨਾਂ ਨੇ ਮੁਲਤਾਨ ਨੂੰ ਆਪਣੇ ਅਧੀਨ ਕੀਤਾ।
ਤਾਂ ਮਹਾਰਾਜਾ ਰਣਜੀਤ ਸਿੰਘ ਨੇ ਤਕਰੀਬਨ 1802 ਤੋਂ ਲੈ ਕੇ 1818 ਤੱਕ 7 ਹਮਲੇ ਜਿਹੜੇ ਆ ਉਹ ਮੁਲਤਾਨ ਦੇ ਉੱਪਰ ਕੀਤੇ ਸੀ ਅਤੇ 7ਵੇਂ ਹਮਲੇ ਦੇ ਦੌਰਾਨ ਉਹਨਾਂ ਨੇ ਆਪਣੇ ਸਾਮਰਾਜ ਦੇ ਵਿੱਚ ਮੁਲਤਾਨ ਨੂੰ ਸ਼ਾਮਲ ਕੀਤਾ ਸੀ। ਪਹਿਲੀ ਮੁਹਿੰਮ ਜਿਹੜੀ ਸੀ ਜਾਂ ਪਹਿਲਾ ਹਮਲਾ ਜਿਹੜਾ ਸੀ ਉਹ 1802 ਦੇ ਵਿੱਚ ਕੀਤਾ ਸੀਗਾ ਔਰ ਇਸ ਸਮੇਂ ਜਿਹੜਾ ਕਹਿ ਸਕਦੇ ਹਾਂ ਮੁਜ਼ੱਫਰ ਖਾਂ ਇਸ ਦਾ ਨੇਤਾ ਸੀਗਾ, ਸ਼ਾਸਕ ਸੀਗਾ ਔਰ ਇਹ ਲੜਾਈ ਮਹਾਰਾਜਾ ਰਣਜੀਤ ਸਿੰਘ ਅਤੇ ਮੁਜ਼ੱਫਰ ਖਾਂ ਦੋਨਾਂ ਦੇ ਵਿਚਕਾਰ ਹੋਈ ਸੀਗੀ ਔਰ ਇਸ ਲੜਾਈ ਦੇ ਵਿੱਚ ਮੁਜ਼ੱਫਰ ਖਾਂ ਜਿਹੜਾ ਉਹ ਹਾਰ ਗਿਆ ਸੀ, ਬਟ ਉਸਨੇ ਨਜ਼ਰਾਨਾ ਦੇ ਕੇ ਆਪਣੇ ਆਪ ਨੂੰ ਉੱਥੇ ਸਟੈਬਲਿਸ਼ ਰੱਖਿਆ ਸੀਗਾ। ਇਸ ਤੋਂ ਬਾਅਦ ਦੂਸਰੀ ਜਿਹੜੀ ਮੁਹਿੰਮ ਹੁੰਦੀ ਹੈ, ਸੋ ਇਹ ਮੁਹਿੰਮ 1805 ਦੇ ਵਿੱਚ ਹੁੰਦੀ ਹੈਗੀ ਦੂਸਰੀ। ਸੋ ਇਸ ਸਮੇਂ ਰਣਜੀਤ ਸਿੰਘ ਨੂੰ ਇਹ ਸੂਚਨਾ ਮਿਲਦੀ ਹੈ ਕਿ ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ ਅੰਗਰੇਜ਼ਾਂ ਤੋਂ ਹਾਰ ਖਾ ਕੇ ਪੰਜਾਬ ਦੇ ਵਿੱਚ ਦਾਖਲ ਹੋਣ ਜਾ ਰਿਹਾ ਹੈ ਜਾਂ ਦਾਖਲ ਹੋ ਚੁੱਕਿਆ ਹੈ। ਸੋ ਇਸੇ ਕਾਰਨ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਮੁਜ਼ੱਫਰ ਖਾਂ ਦੇ ਨਾਲ ਇੱਕ ਸੰਧੀ ਕਰ ਲਈ ਸੀਗੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੁਜ਼ੱਫਰ ਖਾਂ ਤੋਂ 17,000 ਰੁਪਈਆ ਨਜ਼ਰਾਨੇ ਦੇ ਰੂਪ ਦੇ ਵਿੱਚ ਵਸੂਲ ਕੀਤਾ ਜਾਵੇਗਾ, ਤਾਂ ਕਿ ਜੇਕਰ ਮਰਾਠਾ ਸਰਦਾਰ ਮੁਲਤਾਨ ਦੇ ਉੱਪਰ ਕਬਜ਼ਾ ਕਰੇਗਾ ਤਾਂ ਰਣਜੀਤ ਸਿੰਘ ਜਿਹੜਾ ਹੈ ਉਸ ਨੂੰ ਹੈਲਪ ਕਰੇਗਾ। ਸੋ ਇਸ ਕਰਕੇ ਉਸਨੇ 17,000 ਰੁਪਈਆ ਜਿਹੜਾ ਆਮਦਨ ਜਿਹੜੀ ਕਹਿ ਸਕਦੇ ਨਜ਼ਰਾਨਾ ਜਿਹੜਾ ਹੈ ਉਹ ਲਿਆ ਸੀਗਾ ਉਹਨਾਂ ਤੋਂ। ਓਕੇ, ਤੀਸਰੀ ਮੁਹਿੰਮ ਜਿਹੜੀ ਹੁੰਦੀ ਹੈ ਉਹ 1807 ਦੇ ਵਿੱਚ ਹੁੰਦੀ ਹੈਗੀ ਆ ਔਰ ਇਸ ਦਾ ਕਾਰਨ ਇਹ ਸੀਗਾ ਕਿ ਮੁਜ਼ੱਫਰ ਖਾਂ ਨੇ ਝੰਗ ਦੇ ਸ਼ਾਸਕ ਅਹਿਮਦ ਖਾਂ ਸਿਆਲ ਅਤੇ ਕਸੂਰ ਦੇ ਸ਼ਾਸਕ ਕੁਤਬਦੀਨ ਨੂੰ ਰਣਜੀਤ ਸਿੰਘ ਦੇ ਵਿਰੁੱਧ ਸਹਾਇਤਾ ਦਿੱਤੀ ਸੀਗੀ। ਇਹ ਕਾਰਨ ਰਿਹਾ ਸੀ ਜਿਹਦੇ ਕਾਰਨ ਕਰਕੇ ਰਣਜੀਤ ਸਿੰਘ ਨੇ ਤੀਸਰਾ ਹਮਲਾ ਜਿਹੜਾ ਮੁਲਤਾਨ ਦੇ ਉੱਪਰ 1807 ਦੇ ਵਿੱਚ ਕੀਤਾ ਸੀਗਾ। ਸੋ ਮਹਾਰਾਜਾ ਨੇ ਮੁਜ਼ੱਫਰ ਖਾਂ ਤੋਂ ਇਸ ਹਮਲੇ ਦੇ ਦੌਰਾਨ ਤਕਰੀਬਨ 70,000 ਰੁਪਈਆ ਨਜ਼ਰਾਨੇ ਦੇ ਰੂਪ ਦੇ ਵਿੱਚ ਲੈ ਕੇ ਜਿਹੜਾ ਵਾਪਸ ਗਿਆ ਸੀਗਾ ਆਪਣੀ ਤੀਸਰੀ ਮੁਹਿੰਮ ਦੇ ਦੌਰਾਨ, ਜਾਣੀ ਕਿ ਵੱਡੀ ਰਕਮ ਜਿਹੜੀ ਇੱਥੋਂ ਲੈ ਕੇ ਗਏ ਸੀਗੇ। ਇਸ ਤੋਂ ਬਾਅਦ ਚੌਥੀ ਮੁਹਿੰਮ ਜਿਹੜੀ ਹੁੰਦੀ ਹੈ, ਸੋ ਇਹ ਮੁਹਿੰਮ 1810 ਦੇ ਵਿੱਚ ਹੁੰਦੀ ਹੈਗੀ ਆ ਅਤੇ ਚੌਥੀ ਵਾਰੀ ਜਿਹੜਾ ਮੁਲਤਾਨ ਦੇ ਵਿਰੁੱਧ ਦੀਵਾਨ ਮੋਹਕਮ ਚੰਦ ਦੀ ਅਗਵਾਈ ਦੇ ਅਧੀਨ ਇੱਕ ਸੈਨਾ ਭੇਜੀ ਜਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ, ਤਾਂ ਕਿ ਉਹ ਇਸ ਨੂੰ ਆਪਣੇ ਅਧੀਨ ਕਰੇ। ਸੋ ਇਸ ਹਮਲੇ ਦੇ ਦੌਰਾਨ ਵੀ ਜਿਹੜਾ ਮੁਜ਼ੱਫਰ ਖਾਂ ਹੈ ਉਹ ਨਜ਼ਰਾਨਾ ਦੇ ਕੇ ਹੀ ਇਹਨਾਂ ਨੂੰ ਵਾਪਸ ਭੇਜ ਦਿੰਦਾ ਹੈ ਅਤੇ 2 ਲੱਖ ਰੁਪਏ ਸਾਲਾਨਾ ਜਿਹੜਾ ਕਹਿ ਸਕਦੇ ਨਜ਼ਰਾਨਾ ਮਨਜ਼ੂਰ ਕਰਕੇ ਵਾਪਸ ਆ ਜਾਂਦੇ ਹੈਗੇ ਨੇ ਕਿ। ਸੋ ਨੈਕਸਟ ਹੁੰਦੀ ਹੈ ਪੰਜਵੀਂ ਮੁਹਿੰਮ। ਸੋ ਇਹ 1816 ਦੇ ਵਿੱਚ ਹੁੰਦੀ ਹੈਗੀ ਔਰ ਇਸ ਸਮੇਂ ਮਿਸਰ ਦੀਵਾਨ ਚੰਦ ਦੀ ਅਗਵਾਈ ਦੇ ਅਧੀਨ ਜਿਹੜੀ ਫੌਜ ਮੁਲਤਾਨ ਵਿਖੇ ਪਹੁੰਚਾਈ ਜਾਂਦੀ ਹੈ ਔਰ ਅਕਾਲੀ ਫੂਲਾ ਸਿੰਘ ਨੇ ਵੀ ਆਪਣੇ ਕੁਝ ਅਕਾਲੀਆਂ ਨਾਲ ਮਿਲ ਕੇ ਇਸ ਮੁਹਿੰਮਾਂ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਸੀਗਾ, ਤਾਂ ਕਿ ਇੱਥੇ ਆਪਣਾ ਸ਼ਾਸਨ ਜਿਹੜਾ ਉਹ ਸਟੈਬਲਿਸ਼ ਕੀਤਾ ਜਾ ਸਕੇ। ਪਰ ਫਿਰ ਜਿਹੜਾ ਮੁਜ਼ੱਫਰ ਖਾਂ ਨੇ ਇਸ ਖੇਤਰ ਦੇ ਵਿੱਚ ਉਸੇ ਤਰੀਕੇ ਦੇ ਨਾਲ ਪੁਰਾਣੀ ਨੀਤੀ ਦੇ ਨਾਲ ਨਜ਼ਰਾਨਾ ਦੇਖੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਇਸ ਤੋਂ ਬਾਅਦ 6ਵੀਂ ਮੁਹਿੰਮ 1817 ਦੇ ਵਿੱਚ ਹੁੰਦੀ ਹੈਗੀ ਔਰ ਇਹ ਮੁਹਿੰਮ ਜਿਹੜੀ ਹੈਗੀ ਮੁਜ਼ੱਫਰ ਖਾਂ ਤੋਂ ਲਾਹੌਰ ਦਰਬਾਰ ਦੇ ਵੱਲ ਵਕਾਇਆ ਰਹਿੰਦਾ ਹੁੰਦਾ ਹੈ। ਸੋ ਇਹ ਵਸੂਲ ਕਰਨ ਦੇ ਲਈ ਜਿਹੜਾ ਦੀਵਾਨ ਭਵਾਨੀ ਦਾਸ ਦੇ ਅਧੀਨ ਕੁਝ ਫੌਜ ਭੇਜੀ ਜਾਂਦੀ ਹੈ, ਤਾਂ ਕਿ ਉਸ ਤੋਂ ਜਿਹੜਾ ਨਜ਼ਰਾਨਾ ਉਹ ਲਿਆ ਜਾ ਸਕੇ। ਇਸ ਤੋਂ ਬਾਅਦ ਲਾਸਟ ਜਿਹੜੀ 7ਵੀਂ ਹੁੰਦੀ ਹੈ, ਜਿਹੜੀ 1818 ਦੇ ਵਿੱਚ ਹੁੰਦੀ ਹੈ, ਲਾਸਟ ਵਾਰੀ ਜਿਹੜਾ ਹਮਲਾ ਹੁੰਦਾ ਹੈ। ਸੋ ਇਸ ਆਦੇਸ਼ ਦੇ ਅਧੀਨ ਪੱਕਾ ਫੈਸਲਾ ਕਰ ਲਿਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਕਿ ਉਹ ਇਸ ਖੇਤਰ ਨੂੰ ਮੁਲਤਾਨ ਨੂੰ ਉਹ ਜਿੱਤ ਕੇ ਹੀ ਰਹੇਗਾ। ਸੋ ਇੱਥੇ ਉਹ ਆਪਣਾ ਸਾਮਰਾਜ ਜਿਹੜਾ ਸਟੈਬਲਿਸ਼ ਕਰ ਲਏਗਾ। ਪਹਿਲਾਂ ਸਿਰਫ ਨਜ਼ਰਾਨਾ ਹੀ ਕਬੂਲ ਕੀਤਾ ਜਾਂਦਾ ਸੀ, ਬਟ ਇੱਥੇ ਆ ਕੇ ਜਿਹੜਾ ਉਹਨਾਂ ਦੀ ਜਿਹੜੇ ਕਹਿ ਸਕਦੇ ਨਾ ਬਦਲ ਜਾਂਦਾ 1818 ਦੇ ਵਿੱਚ। ਸੋ ਇਸ ਸਮੇਂ ਕੀ ਹੁੰਦਾ ਕਿ 20,000 ਘੋੜਸਵਾਰ ਸੈਨਾ ਅਤੇ ਪੈਦਲ ਸੈਨਾ ਦੀ ਕਮਾਂਡ ਜਿਹੜੀ ਹੈ ਉਹ ਮਿਸਰ ਦੀਵਾਨ ਚੰਦ ਨੂੰ ਸੌਂਪੀ ਜਾਂਦੀ ਹੈਗੀ ਆ ਅਤੇ ਮੁਲਤਾਨ ਦੇ ਉੱਪਰ ਜਿਹੜਾ ਕਹਿ ਸਕਦੇ ਹਮਲਾ ਕਰਨ ਦੇ ਲਈ ਭੇਜਿਆ ਜਾਂਦਾ ਹੈ। ਦੂਸਰੀ ਸਾਈਡ ਦੇ ਉੱਪਰ ਮੁਜ਼ੱਫਰ ਖਾਂ ਵੀ ਜਿਹੜਾ ਬੜਾ ਤੇਜ਼ ਸੀ। ਸੋ ਉਸਨੇ ਕੀ ਕੀਤਾ ਕਿ ਸਿੱਖਾਂ ਦੇ ਵਿਰੁੱਧ ਜਿਹੜਾ ਜਿਹਾਦ ਦੀ ਘੋਸ਼ਣਾ ਕੀਤੀ। ਜਿਹਾਦ ਦਾ ਮਤਲਬ ਹੈ ਕਿ ਧਾਰਮਿਕ ਲੜਾਈ ਦੀ ਜਿਹੜੀ ਘੋਸ਼ਣਾ ਕੀਤੀ, ਜਿਸ ਦੇ ਕਾਰਨ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਧਾਰਮਿਕ ਲੋਕ ਉਹਨਾਂ ਨਾਲ ਜੁੜੇ ਹੋਏ ਸੀਗੇ ਮੁਜ਼ੱਫਰ ਖਾਂ ਦੇ ਨਾਲ, ਉਹ ਇਕੱਠੇ ਹੋ ਗਏ ਅਤੇ ਉਹ ਇਸ ਲੜਾਈ ਦੇ ਵਿੱਚ ਸ਼ਾਮਲ ਹੋ ਗਏ ਤਾਂ ਕਿ ਉਹ ਸਿੱਖਾਂ ਨੂੰ ਜਿਹੜਾ ਹਰਾ ਸਕਣ। ਤਾਂ ਸਿੱਖ ਫੌਜਾਂ ਜਿਹੜੀਆਂ ਉਹ ਜਨਵਰੀ ਦੇ ਵਿੱਚ 1818 ਦੇ ਰੂਪ ਵਿੱਚ ਅਖੀਰ ਦੇ ਵਿੱਚ ਲਾਹੌਰ ਤੋਂ ਚੱਲਦੀਆਂ ਹੈਗੀਆਂ ਨੇ ਜਨਵਰੀ ਦੇ ਵਿੱਚ, ਔਰ ਇਹ ਘੇਰਾ ਜਿਹੜਾ 4 ਮਹੀਨਿਆਂ ਤੱਕ ਚੱਲਦਾ ਹੈਗਾ ਤਕਰੀਬਨ 4 ਮਹੀਨੇ ਤੱਕ ਘੇਰੇ ਰੱਖਦੇ ਹੈਗੇ ਅਤੇ 2 ਜੂਨ ਦੀ ਸ਼ਾਮ ਨੂੰ ਅਕਾਲੀ ਨੇਤਾ ਸਾਧੂ ਸਿੰਘ ਸੀਗਾ, ਉਸ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਜੈਕਾਰਾ ਲਗਾਉਂਦੇ ਹੋਏ ਕਿਲੇ ਦੇ ਅੰਦਰ ਚਲੇ ਜਾਂਦੇ ਨੇ, ਜਿਸ ਦੇ ਕਾਰਨ ਉੱਥੋਂ ਦੇ ਸਾਰੇ ਸਿਸਟਮ ਜੋ ਫਾਗਨਾਂ ਦੇ ਸੀ ਉਹ ਮਤਲਬ ਘਬਰਾਹਟ ਦੇ ਵਿੱਚ ਆ ਜਾਂਦੇ ਨੇ, ਕਿਉਂਕਿ ਕਿਲੇ ਦੇ ਵਿੱਚ ਐਂਟਰ ਹੋ ਜਾਣਾ ਮਤਲਬ ਉਹਨਾਂ ਦਾ ਜਿਹੜਾ ਸ਼ਾਸਨ ਐਸਟੈਬਲਿਸ਼ ਹੋ ਜਾਣਾ। ਤਾਂ ਇਸ ਹਮਲੇ ਦੇ ਦੌਰਾਨ ਜਦੋਂ ਅੰਦਰ ਚਲੇ ਜਾਂਦੇ ਹੈਗੇ ਨੇਗੇ ਸਿੱਖ ਸੈਨਾ, ਤਾਂ ਮੁਜ਼ੱਫਰ ਖਾਂ ਆਪਣੇ 8 ਪੁੱਤਰਾਂ ਦੇ ਨਾਲ ਸਿੱਖਾਂ ਦਾ ਮੁਕਾਬਲਾ ਕੰਟੀਨਿਊ ਕਰਦਾ ਰਹਿੰਦਾ ਹੈ।
ਤਕਰੀਬਨ 8 ਪੁੱਤਰ ਸੀਗੇ। ਸੋ ਉਹਨਾਂ ਦੇ ਨਾਲ ਮੁਕਾਬਲਾ ਕਰਦਾ ਹੈ। ਬਟ ਇਸ ਲੜਾਈ ਦੇ ਵਿੱਚ ਮੁਜ਼ੱਫਰ ਖਾਂ ਆਪਣੇ 5 ਪੁੱਤਰਾਂ ਦੇ ਸਮੇਤ ਜਿਹੜਾ ਬਹਾਦਰੀ ਦੇ ਨਾਲ ਲੜਦਾ ਹੋਇਆ ਮਾਰਿਆ ਜਾਂਦਾ ਹੈ। ਬਟ 3 ਪੁੱਤਰ ਜਿਹੜੇ ਨੇ ਉਹ ਭੱਜ ਜਾਂਦੇ ਹੈਗੇ ਨੇ, ਬਖਸ਼ ਦਿੱਤੇ ਜਾਂਦੇ ਹੈਗੇ ਨੇ। ਸੋ ਬਟ 5 ਜਿਹੜੇ ਉਹਨਾਂ ਦੇ ਵਿੱਚੋਂ ਮਾਰੇ ਜਾਂਦੇ ਹੈਗੇ ਨੇ। ਔਰ ਆਖਿਰ ਦੇ ਵਿੱਚ ਮੁਲਤਾਨ ਦੇ ਉੱਪਰ ਜਿਹੜਾ ਹੈ ਸਿੱਖ ਫੌਜਾਂ ਜਿਹੜੀਆਂ ਉਹ 2 ਜੂਨ 1818 ਨੂੰ ਆਪਣੀ ਜਿੱਤ ਪ੍ਰਾਪਤ ਕਰ ਲੈਂਦੀਆਂ ਅਤੇ ਮੁਲਤਾਨ ਨੂੰ ਆਪਣੇ ਅਧੀਨ ਕਰ ਲੈਂਦੇ ਹੈਗੇ ਆ। ਸੋ ਇਸ ਜਿੱਤ ਦੇ ਵਿੱਚ ਦੀਵਾਨ ਚੰਦ ਦਾ ਜਿਹੜਾ ਉਹ ਜ਼ਿਆਦਾ ਯੋਗਦਾਨ ਰਹਿੰਦਾ ਹੈ। ਸੋ ਇਸ ਕਾਰਨ ਕਰਕੇ ਰਣਜੀਤ ਸਿੰਘ ਦੇ ਵੱਲੋਂ ਮਿਸਰ ਦੀਵਾਨ ਚੰਦ ਨੂੰ ਜਿਹੜਾ ਕਹਿ ਸਕਦੇ ਹਾਂ ਕਾਫੀ ਸਾਰੇ ਤੋਹਫੇ ਦਿੱਤੇ ਜਾਂਦੇ ਨੇ। ਔਰ ਇਸ ਤੋਂ ਇਲਾਵਾ ਉਸ ਨੂੰ ਜ਼ਫਰ ਜੰਗ ਨਾਂ ਦੇ ਖਿਤਾਬ ਵੀ ਜਿਹੜੇ ਆ ਉਸ ਦੇ ਨਾਲ ਸਨਮਾਨਿਤ ਜਿਹੜਾ ਕੀਤਾ ਜਾਂਦਾ ਹੈ। ਓਕੇ, ਨੈਕਸਟ ਹੈ ਮੁਲਤਾਨ ਦਾ ਪ੍ਰਸ਼ਾਸਨ। ਸੋ ਮੁਲਤਾਨ ਦਾ ਪ੍ਰਸ਼ਾਸਨ ਚਲਾਉਣ ਦੇ ਲਈ, ਐਡਮਿਨਿਸਟ੍ਰੇਟਿਵ ਸਿਸਟਮ ਚਲਾਉਣ ਦੇ ਲਈ ਨਵੇਂ ਅਧਿਕਾਰੀ ਜਿਹੜੇ ਨਿਯੁਕਤ ਕੀਤੇ ਗਏ ਜੋ ਸਿੱਖ ਅਧਿਕਾਰੀਆਂ ਦੇ ਅਧੀਨ ਸੀ। ਤਾਂ ਇੱਥੇ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ 1818 ਦੇ ਵਿੱਚ ਸੁਖਦਿਆਲ ਨੂੰ ਜਿਹੜਾ ਹੈ ਮੁਲਤਾਨ ਦਾ ਪਹਿਲਾ ਗਵਰਨਰ, ਸੋ ਗਵਰਨਰ ਨੂੰ ਉਸ ਸਮੇਂ ਨਾਜ਼ਿਮ ਕਿਹਾ ਜਾਂਦਾ ਸੀ। ਇੱਕ ਵਚਨ ਯਾਦ ਰੱਖਣਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਸੀ ਤਾਂ ਗਵਰਨਰ ਨੂੰ ਕੀ ਕਿਹਾ ਜਾਂਦਾ ਸੀ, ਠੀਕ ਹੈ, ਤਾਂ ਨਾਜ਼ਿਮ ਕਿਹਾ ਜਾਂਦਾ ਸੀਗਾ। ਸੋ ਪਹਿਲਾ ਨਾਜ਼ਿਮ ਸੀਗਾ ਉਹ ਸੁਖਦਿਆਲ ਸੀਗਾ, ਠੀਕ ਹੈ। ਪਰ ਇਸ ਨੇ ਸਹੀ ਤਰੀਕੇ ਦੇ ਨਾਲ ਸ਼ਾਸਨ ਪ੍ਰਬੰਧ ਚਲਾਉਣ ਦੇ ਨਾ ਕਾਰਨ ਕਰਕੇ ਇਸ ਨੂੰ ਹਟਾ ਦਿੱਤਾ ਸੀ ਔਰ ਇਸ ਦੀ ਜਗ੍ਹਾ ਦੇ ਉੱਪਰ 1821 ਦੇ ਵਿੱਚ ਦੀਵਾਨ ਸ਼ਾਬਨ ਮੱਲ ਜਿਹੜਾ ਸੀ ਉਸ ਨੂੰ ਨਿਯੁਕਤ ਕੀਤਾ ਗਿਆ ਸੀਗਾ। ਸੋ ਇਸ ਨੇ ਕਾਫੀ ਸ਼ਲਾਘਾਯੋਗ ਜਿਹੜੇ ਕੰਮ ਕੀਤੇ ਅਤੇ ਤਕਰੀਬਨ 25 ਵਰ੍ਹਿਆਂ ਤੱਕ ਇਸ ਨੇ ਸ਼ਾਸਨ ਕੀਤਾ। ਇਸ ਨੇ ਖੇਤੀਬਾੜੀ ਨੂੰ ਜਿਹੜਾ ਪ੍ਰੋਤਸਾਹਿਤ ਕੀਤਾ, ਹੈ ਨਾ, ਇਕਨੋਮੀ ਦੇ ਵਿੱਚ ਜਿਹੜਾ ਯੋਗਦਾਨ ਪਾਇਆ। ਸੋ ਕਾਫੀ ਹੈ ਨਾ ਜਿਹੜੀ ਕਹਿ ਸਕਦੇ ਡਿਵੈਲਪਮੈਂਟ ਇਸ ਨੇ ਇਸ ਖੇਤਰ ਦੇ ਵਿੱਚ ਕੀਤੀ। ਔਰ ਇਹ ਪ੍ਰਾਂਤ ਇੰਨੀ ਤਰੱਕੀ ਕਰ ਗਿਆ ਸੀ ਜਿਸ ਕਾਰਨ ਇਸ ਪ੍ਰਾਂਤ ਨੂੰ ਦਾਰ ਉਲ ਅਮਾਨ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ ਸੀਗਾ, ਠੀਕ ਹੈ, ਕਿਉਂਕਿ ਦੀਵਾਨ ਸਾਬਨ ਨੇ ਕਾਫੀ ਜਿਹੜੀ ਕਹਿ ਸਕਦੇ ਇੱਥੇ ਗਰੋਥ ਕੀਤੀ ਸੀ, ਐਗਰੀਕਲਚਰ ਨੂੰ ਲੈ ਕੇ ਕਿਸਾਨਾਂ ਨੂੰ ਬਹੁਤ ਸਾਰੀ ਜਿਹੜੀਆਂ ਸਹੂਲਤਾਂ ਨਾ ਦਿੱਤੀਆਂ। ਸੋ ਜਿਹਦੇ ਕਾਰਨ ਕਰਕੇ ਇਸ ਦਾ ਨਾਮ ਜਿਹੜਾ ਉਹ ਬਦਲ ਦਿੱਤਾ ਗਿਆ ਸੀ, ਯਾਨੀ ਕਿ ਪ੍ਰਸਿੱਧ ਹੋ ਗਿਆ ਸੀ ਇਸ ਖੇਤਰ ਦੇ ਨਾਮ ਦਾਰ ਉਲ ਅਮਾਨ ਦੇ ਨਾਲ। ਨੈਕਸਟ ਹੈ ਕਸ਼ਮੀਰ ਦੀ ਜਿੱਤ। ਸੋ ਕਸ਼ਮੀਰ ਜਿਹੜਾ ਸੀ ਉਹ ਕਾਫੀ ਇੰਪੋਰਟੈਂਸ ਰੱਖਦਾ ਸੀ ਕਿਉਂਕਿ ਇੱਕ ਤਾਂ ਬਿਊਟੀਫੁਲ ਸੀਗਾ, ਹੈ ਨਾ, ਸੁੰਦਰ ਸੀਗਾ। ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਕਹਿ ਸਕਦੇ ਨਾ ਕੁਦਰਤੀ ਨਜ਼ਾਰੇ ਜਾਂ ਮਨਮੋਹਕ ਜਲਵਾਯੂ ਸੀ ਜਿਹੜੇ ਇਹ ਆਕਰਸ਼ਿਤ ਬਣਦਾ ਸੀ ਖੇਤਰ, ਜਿਸ ਦੇ ਕਾਰਨ ਹਰ ਕੋਈ ਜਿਹੜਾ ਇਸ ਖੇਤਰ ਦੇ ਉੱਪਰ ਆਪਣਾ ਕਬਜ਼ਾ ਕਰਨਾ ਚਾਹੁੰਦਾ ਸੀਗਾ। ਤਾਂ 1752 ਦੇ ਵਿੱਚ ਅਫਗਾਨਿਸਤਾਨ ਦੇ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਨੇ ਇਸ ਨੂੰ ਮੁਗਲਾਂ ਤੋਂ ਜਿੱਤ ਕੇ ਆਪਣੇ ਸਾਮਰਾਜ ਦੇ ਵਿੱਚ 1752 ਦੇ ਵਿੱਚ ਸ਼ਾਮਲ ਕੀਤਾ ਸੀ। ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਸ਼ਾਸਨ ਸੀ ਤਾਂ ਉਸ ਸਮੇਂ ਕਸ਼ਮੀਰ ਦਾ ਅਫਗਾਨ ਗਵਰਨਰ ਅਤਾ ਮੁਹੰਮਦ ਜਿਹੜਾ ਸ਼ਾਸਕ ਸੀਗਾ। ਸੋ ਉਸ ਸਮੇਂ ਹੈ ਨਾ, ਸੋ ਜੋ ਅਫਗਾਨ ਸੀਗੇ ਉੱਥੋਂ ਦੇ ਸੀਗੇ। ਮਹਾਰਾਜਾ ਰਣਜੀਤ ਸਿੰਘ ਦੇ ਉਦੇਸ਼ਾਂ ਦੇ ਕਾਰਨ ਫਤਿਹ ਖਾਨ ਨਾਲ ਕਸ਼ਮੀਰ ਦੀ ਮੁਹਿੰਮ ਜਿਹੜੀ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ, ਠੀਕ ਹੈ। ਸੋ ਮਹਾਰਾਜਾ ਰਣਜੀਤ ਸਿੰਘ ਦੇ ਉਦੇਸ਼ਾਂ ਦੇ ਕਾਰਨ ਫਤਿਹ ਖਾਨ ਸੀ ਜਿਹੜਾ ਉਹ ਕਸ਼ਮੀਰ ਦੀ ਮੁਹਿੰਮਾਂ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ। ਕਾਰਨ ਇਹ ਸੀਗਾ ਕਿ ਉਹ ਵੀ ਕਸ਼ਮੀਰ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀਗਾ ਤਾਂ ਕਿ ਨਾ ਉਹ ਇਸ ਦੇ ਵਿੱਚ ਆਪਣਾ ਜਿਹੜਾ ਕਹਿ ਸਕਦੇ ਹੈਗੇ ਯੋਗਦਾਨ ਪਾ ਕੇ ਉਸ ਦੇ ਵਿੱਚ ਆਪਣਾ ਪਾਰਟੀਸਪੇਸ਼ਨ ਵਾਲੀ ਜਿਹੜੀ ਕਹਿ ਸਕਦੇ ਰੋਲ ਅਦਾ ਕਰ ਸਕਣ। ਸੋ ਇਹਦੇ ਹਮਲੇ ਦੇ ਕਾਰਨ ਕੀ ਸੀ, ਉਦੇਸ਼ ਕੀ ਸੀਗੇ ਕਿ ਪਹਿਲਾਂ ਤਾਂ ਇਹ ਕਸ਼ਮੀਰ ਦੀ ਭੂਗੋਲਿਕ ਸਥਿਤੀ ਤੋਂ ਜਾਣੂ ਹੋਣਾ ਚਾਹੁੰਦੇ ਸੀਗੇ ਜੋ ਕਿ ਉਸ ਦੇ ਭਵਿੱਖ ਦੇ ਵਿੱਚ ਜਿਹੜੀ ਉਹ ਕੰਮ ਆ ਸਕੇ। ਸੋ ਇਹ ਕਾਰਨ ਸੀਗਾ। ਦੂਸਰਾ ਸੀਗਾ ਕਿ ਉਹ ਅਤਾ ਮੁਹੰਮਦ ਖਾਂ ਦੀ ਕੈਦ ਦੇ ਵਿੱਚੋਂ ਅਫਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾ ਨੂੰ ਜਿਹੜਾ ਛੁਡਾਉਣਾ ਚਾਹੁੰਦਾ ਸੀ। ਸੋ ਫਤਿਹ ਖਾਨ ਸੀਗਾ, ਉਹਦੇ ਉਦੇਸ਼ ਦੱਸੇ ਗਏ ਨੇ ਕਿ ਉਹ ਕਸ਼ਮੀਰ ਦੀ ਸਥਿਤੀ ਤੋਂ ਜਾਣੂ ਹੋਣਾ ਚਾਹੁੰਦਾ ਸੀ ਔਰ ਇਸ ਤੋਂ ਇਲਾਵਾ ਅਤਾ ਮੁਹੰਮਦ ਖਾਂ ਦੀ ਕੈਦ ਦੇ ਵਿੱਚ ਅਫਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾ ਸੀਗਾ ਉਸ ਨੂੰ ਛੁਡਾਉਣਾ ਚਾਹੁੰਦੇ ਸੀਗੇ। ਇਸ ਕਰਕੇ ਕਸ਼ਮੀਰ ਦੇ ਉੱਪਰ ਹਮਲਾ ਕਰਨਾ ਚਾਹੁੰਦੇ ਸੀ ਔਰ ਅਜਿਹਾ ਕਰਨ ਦੇ ਸ਼ਾਹ ਸ਼ੁਜਾ ਦੀ ਪਤਨੀ ਵਫਾ ਬੇਗਮ ਨੇ ਜੋ ਕਿ ਲਾਹੌਰ ਦੇ ਵਿੱਚ ਰਹਿ ਰਹੀ ਸੀਗੀ ਉਸਨੇ ਕੋਹੀਨੂਰਾ ਹੀਰਾ ਸੀਗਾ ਜਿਹੜਾ ਉਹ ਇਨਾਮ ਦੇ ਵਜੋਂ ਰੱਖਿਆ ਹੋਇਆ ਸੀ। ਸੋ ਇਹ ਹੀਰਾ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਸੀਗਾ ਪ੍ਰਾਪਤ ਕਰਨਾ ਚਾਹੁੰਦਾ ਸੀਗਾ। ਇਸ ਤੋਂ ਇਲਾਵਾ 1813 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਫਤਿਹ ਖਾਨ ਦੇ ਵਿਚਕਾਰ ਰੋਹਤਾਂਸ ਦੀ ਜਿਹੜੀ ਕਹਿ ਸਕਦੇ ਇੱਕ ਸਮਝੌਤਾ ਹੁੰਦਾ ਹੈ। ਸੋ ਇਸ ਸਮਝੌਤੇ ਦੇ ਅਧੀਨ ਰਣਜੀਤ ਸਿੰਘ ਦੀਵਾਨ ਮੁਕਮ ਚੰਦ ਦੇ ਅਧੀਨ 12,000 ਸੈਨਿਕ ਜਿਹੜਾ ਉਹ ਫਤਿਹ ਖਾਨ ਦੀ ਸਹਾਇਤਾ ਦੇ ਲਈ ਭੇਜਦਾ ਹੈ ਤਾਂ ਕਿ ਕਸ਼ਮੀਰ ਦੇ ਉੱਪਰ ਆਪਣਾ ਸ਼ਾਸਨ ਜਿਹੜਾ ਉਹ ਐਸਟੈਬਲਿਸ਼ ਕਰ ਸਕੇ। ਤਾਂ ਕਸ਼ਮੀਰ ਦੀ ਪਹਿਲੀ ਮੁਹਿੰਮ ਜਿਹੜੀ ਹੈ ਉਹ 1813 ਦੇ ਵਿੱਚ ਹੁੰਦੀ ਹੈਗੀ ਆ। 1813 ਦੇ ਵਿੱਚ ਰੋਹਤਾਂਸ ਵਿਖੇ ਸਮਝੌਤੇ ਦੇ ਅਨੁਸਾਰ ਰਣਜੀਤ ਸਿੰਘ ਦਾ ਸੈਨਾਪਤੀ ਦੀਵਾਨ ਮੋਹਕਮ ਚੰਦ ਆਪਣੇ 12,000 ਸੈਨਿਕਾਂ ਨਾਲ ਅਤੇ ਫਤਿਹ ਖਾਨ ਆਪਣੀ ਭਾਰੀ ਸੈਨਾ ਨੂੰ ਲੈ ਕੇ ਸਾਂਝੇ ਰੂਪ ਦੇ ਉੱਪਰ ਕਸ਼ਮੀਰ ਦੇ ਉੱਪਰ ਹਮਲਾ ਕਰ ਦਿੰਦੇ ਹੈਗੇ ਨੇ। ਤਾਂ ਕਸ਼ਮੀਰ ਦੇ ਗਵਰਨਰ ਅਤਾ ਮੁਹੰਮਦ ਖਾਨ ਜੋ ਨੇ ਜਦੋਂ ਦੋਹਾਂ ਫੌਜਾਂ ਦੇ ਆਉਣ ਦੀ ਖਬਰ ਸੁਣਦਾ ਹੈ ਤਾਂ ਉਹ ਸ਼ੇਰਗੜ੍ਹ ਦੇ ਕਿਲੇ ਦੇ ਵਿਖੇ ਉਹਨਾਂ ਨੂੰ ਰੋਕਣ ਦਾ ਯਤਨ ਕਰਦਾ ਹੈ ਪਰ ਉਸ ਦੇ ਵਿੱਚ ਉਹ ਅਸਫਲ ਰਹਿੰਦਾ ਹੈ। ਸੋ ਇਸ ਕਾਰਨ ਕਰਕੇ ਅਤਾ ਮੁਹੰਮਦ ਜਿਹੜਾ ਉਹ ਥੋੜ੍ਹੇ ਜਿਹੇ ਵਿਰੋਧ ਤੋਂ ਬਾਅਦ ਹੀ ਇਸ ਲੜਾਈ ਦੇ ਮੈਦਾਨ ਦੇ ਵਿੱਚੋਂ ਦੌੜ ਜਾਂਦਾ ਹੈ ਜਿਸ ਦੇ ਕਾਰਨ ਉਸ ਦੀ ਹਾਰ ਹੋ ਜਾਂਦੀ ਹੈਗੀ।
ਔਰ ਇਸ ਤੋਂ ਬਾਅਦ ਅਟਕ ਦੀ ਜਿੱਤ ਜਾਂ ਹਜ਼ਰੋ ਦੀ ਜਿਹੜੀ ਲੜਾਈ ਹੈ ਉਹ ਹੁੰਦੀ ਹੈਗੀ। ਠੀਕ ਹੈ, ਸੋ ਇਹ ਲੜਾਈ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਤੇ ਫਤਿਹ ਖਾਨ ਦੇ ਵਿਚਕਾਰ ਹੁੰਦੀ ਹੈਗੀ ਕਿਉਂਕਿ ਇਹਦਾ ਕਾਰਨ ਇਹ ਸੀਗਾ ਕਿ ਜੋ ਇਹਨਾਂ ਦੇ ਵਿਚਕਾਰ ਜਿਹੜਾ ਇੱਕ ਸਮਝੌਤਾ ਹੋਇਆ ਸੀ ਕਿ ਕੁਛ ਖੇਤਰ ਜਿਹੜਾ ਉਸ ਨੂੰ ਦਿੱਤਾ ਜਾਊਗਾ, ਇਸ ਤੋਂ ਬਾਅਦ ਹੈ ਨਾ ਜੋ ਲੁੱਟ ਦਾ ਸਮਾਨ ਹੋਊਗਾ ਉਹਦੇ ਵਿੱਚੋਂ ਵੀ ਤੀਜਾ ਹਿੱਸਾ ਮਿਲੇਗਾ, ਬਟ ਫਤਿਹ ਖਾਨ ਨੇ ਉਹ ਭੂਮਿਕਾ ਨਹੀਂ ਨਿਭਾਈ। ਸੋ ਇਸ ਕਾਰਨ ਕਰਕੇ ਅਟਕ ਦੀ ਜਿੱਤ ਤੇ ਹਜ਼ਰੋ ਦੀ ਜਿੱਤ ਜਿਹੜੀ ਲੜਾਈ ਹੁੰਦੀ ਹੈਗੀ। ਠੀਕ ਹੈ, ਸੋ ਉਹ ਮਹਾਰਾਜਾ ਰਣਜੀਤ ਸਿੰਘ ਤੇ ਫਤਿਹ ਖਾਨ ਦੇ ਵਿਚਕਾਰ ਹੁੰਦੀ ਹੈਗੀ। ਤਾਂ 13 ਜੁਲਾਈ 1813 ਨੂੰ ਦੋਹਾਂ ਫੌਜਾਂ ਦੇ ਵਿਚਕਾਰ ਅਟਕ ਤੋਂ ਤਕਰੀਬਨ 5 ਮੀਲ ਦੀ ਦੂਰੀ ਉੱਪਰ ਹਜ਼ਰੋ ਜਾਂ ਹੈਦਰੋ ਨਾਂ ਦੇ ਸਥਾਨ ਦੇ ਉੱਪਰ ਲੜਾਈ ਹੁੰਦੀ ਹੈਗੀ ਔਰ ਇਸ ਲੜਾਈ ਦੇ ਵਿੱਚ 20,000 ਅਫਗਾਨ ਜਿਹੜੇ ਉਹ ਮਾਰੇ ਜਾਂਦੇ ਹੈਗੇ ਨੇ। ਔਰ ਇਸ ਤੋਂ ਇਲਾਵਾ ਫਤਿਹ ਖਾਨ ਜਿਹੜਾ ਉਹ ਆਪਣੇ ਸੈਨਿਕਾਂ ਦੇ ਸਮੇਤ ਕਾਬਲ ਦੇ ਵਿੱਚ ਦੌੜ ਜਾਂਦਾ ਹੈ ਕਿਉਂਕਿ ਸਿੱਖਾਂ ਦੇ ਸਾਹਮਣੇ ਉਸ ਦਾ ਖੜਨਾ ਜਿਹੜਾ ਉਹ ਮੁਸ਼ਕਿਲ ਹੋ ਜਾਂਦਾ ਕਿਉਂਕਿ ਐਡੀ ਭਾਰੀ ਸੈਨਾ ਜਾਂ ਇੰਨੀ ਮਜ਼ਬੂਤ ਇਰਾਦਿਆਂ ਵਾਲੀ ਸੈਨਾ ਸੀਗੀ, ਜਿਸ ਕਾਰਨ ਕਰਕੇ ਉਸ ਨੂੰ ਆਪਣੀ ਹਾਰ ਮੰਨਣੀ ਪੈਂਦੀ ਹੈ। ਕਾਰਨ ਇਹ ਸੀਗਾ ਕਿ ਉਸਨੇ ਆਪਣੇ ਜਿਹੜਾ ਸਮਝੌਤਾ ਕੀਤਾ ਸੀ ਉਸ ਦੇ ਉੱਪਰ ਉਹ ਖਰਾ ਨਹੀਂ ਉਤਰਿਆ ਸੀਗਾ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਜਿਹੜਾ ਕਹਿ ਸਕਦੇ ਹਾਂ ਫਤਿਹ ਖਾਨ ਨੂੰ ਵੀ ਹਰਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਕਸ਼ਮੀਰ ਦੀ ਦੂਸਰੀ ਮੁਹਿੰਮ ਹੁੰਦੀ ਹੈ ਜਿਹੜੀ ਕਿ 1814 ਦੇ ਵਿੱਚ ਹੁੰਦੀ ਹੈਗੀ। ਮਹਾਰਾਜਾ ਰਣਜੀਤ ਸਿੰਘ ਅਪ੍ਰੈਲ 1814 ਦੇ ਵਿੱਚ ਕਸ਼ਮੀਰ ਦੇ ਉੱਪਰ ਦੂਸਰਾ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਇਸ ਸਮੇਂ ਕਸ਼ਮੀਰ ਦੇ ਵਿੱਚ ਫਤਿਹ ਖਾਨ ਦਾ ਛੋਟਾ ਭਰਾ ਆਜ਼ਮ ਖਾਨ ਜਿਹੜਾ ਉਹ ਗਵਰਨਰ ਦੇ ਵਜੋਂ ਕੰਮ ਕਰ ਰਿਹਾ ਹੁੰਦਾ ਹੈ। ਸੋ ਇਸ ਕਾਰਨ ਕਰਕੇ ਹੈ ਨਾ ਉਹ ਇਸ ਦੇ ਉੱਪਰ ਹਮਲਾ ਕਰਨਾ ਚਾਹੁੰਦਾ ਹੈ। ਤਾਂ ਇਸ ਖੇਤਰ ਨੂੰ ਜਿੱਤਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਆਪ ਦੀਵਾਨ ਮੋਹਕਮ ਚੰਦ ਦੇ ਪੋਤਰੇ ਰਾਮ ਦਿਆਲ ਅਤੇ ਸੈਨਿਕਾਂ ਨੂੰ ਲੈ ਕੇ ਜਿਹੜਾ ਕਸ਼ਮੀਰ ਦੇ ਵੱਲ ਤੁਰ ਪੈਂਦਾ ਹੈ ਕਿਉਂਕਿ ਇਸ ਹਮਲੇ ਦੇ ਦੌਰਾਨ ਜਿਹੜੇ ਕਹਿ ਸਕਦੇ ਹਾਂ ਸਥਿਤੀ ਥੋੜ੍ਹੀ ਜਿਹੀ ਕਮਜ਼ੋਰ ਸੀ ਔਰ ਦੀਵਾਨ ਮੋਹਕਮ ਚੰਦ ਜਿਹੜਾ ਸੀਗਾ ਉਹ ਇਸ ਲੜਾਈ ਦੇ ਵਿੱਚ ਜਾਣਾ ਨਹੀਂ ਚਾਹੁੰਦਾ ਸੀ। ਕਾਰਨ ਇਹ ਸੀਗਾ ਕਿ ਮੌਸਮ ਜਿਹੜਾ ਅਨੁਕੂਲ ਨਹੀਂ ਸੀਗਾ, ਬਟ ਰਣਜੀਤ ਸਿੰਘ ਨੂੰ ਇਹ ਹੋ ਚੁੱਕਿਆ ਸੀਗਾ ਕਿ ਉਹ ਇਸ ਖੇਤਰ ਨੂੰ ਜਿੱਤੇਗਾ ਔਰ ਇਸ ਵਾਰ। ਸੋ ਇਸ ਕਾਰਨ ਕਰਕੇ ਉਹ ਦੀਵਾਨ ਮੋਹਕਮ ਚੰਦ ਉਸ ਦੇ ਨਾਲ ਨਹੀਂ ਗਿਆ ਤਾਂ ਉਹ ਉਸਦੇ ਪੋਤਰੇ ਰਾਮ ਦਿਆਲ ਨੂੰ ਜਿਹੜਾ ਉਸਦੇ ਨਾਲ ਲੈ ਗਿਆ ਸੀਗਾ। ਸੋ ਜਦੋਂ ਰਣਜੀਤ ਸਿੰਘ ਦੀਆਂ ਫੌਜਾਂ ਜਿਹੜੀਆਂ ਰਾਜੌਰੀ ਵਿਖੇ ਪਹੁੰਚੀਆਂ ਤਾਂ ਉੱਥੋਂ ਦੇ ਸਰਦਾਰ ਅਗਰ ਖਾਂ ਦੀ ਗਲਤ ਸਲਾਹ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫੌਜਾਂ ਨੂੰ ਜਿਹੜਾ ਹੈ 2 ਭਾਗਾਂ ਦੇ ਵਿੱਚ ਡਿਵਾਈਡ ਕਰ ਦਿੱਤਾ ਸੀ, ਜਿਹਦੇ ਨਾਲ ਉਹਨਾਂ ਦੀ ਸਥਿਤੀ ਜਿਹੜੀ ਆ ਉਹ ਖਰਾਬ ਹੋ ਗਈ ਸੀਗੀ। ਠੀਕ ਹੈ, ਸੋ ਇਸ ਤੋਂ ਇਲਾਵਾ ਜੁਲਾਈ 1814 ਦੇ ਵਿੱਚ ਸੋਫੀਆ ਵਿਖੇ ਲੜਾਈ ਦੇ ਵਿੱਚ ਆਜ਼ਮ ਖਾਂ ਦੀਆਂ ਫੌਜਾਂ ਨੇ ਰਾਮ ਦਿਆਲ ਦੇ ਅਧੀਨ ਫੌਜ ਨੂੰ ਬੜਾ ਨੁਕਸਾਨ ਪਹੁੰਚਾਇਆ। ਕਾਰਨ ਇਹ ਸੀਗਾ ਕਿ ਇੱਕ ਤਾਂ ਮੌਸਮ ਉਹਨਾਂ ਦੇ ਅਨੁਕੂਲ ਨਹੀਂ ਸੀਗਾ, ਬਾਕੀ ਜਿਹੜੀ ਫੌਜ ਹੈ ਉਹ 2 ਪਾਰਟਸ ਦੇ ਵਿੱਚ ਡਿਵਾਈਡ ਹੋ ਚੁੱਕੀ ਸੀਗੀ ਤਾਂ ਕੰਟਰੋਲ ਕਰਨਾ ਔਖਾ ਹੋ ਗਿਆ ਸੀਗਾ। ਸੇ ਇਸ ਕਾਰਨ ਕਰਕੇ ਜਿਹੜਾ ਰਣਜੀਤ ਸਿੰਘ ਨੂੰ ਇੱਥੇ ਭਾਰੀ ਜਾਨੀ ਤੇ ਮਾਲੀ ਜਿਹੜਾ ਨੁਕਸਾਨ ਉਹ ਕਰਨਾ ਪਿਆ ਸੀ। ਹਾਲਾਂਕਿ ਰੋਕ ਦਿੱਤਾ ਗਿਆ ਸੀਗਾ ਇਹਨਾਂ ਨੂੰ ਕਿ ਤੁਸੀਂ ਇਸ ਵਾਰ ਹਮਲਾ ਨਾ ਕਰੋ, ਬਟ ਰਣਜੀਤ ਸਿੰਘ ਨੇ ਸੁਣੀ ਨਹੀਂ ਸੀ, ਉਸਨੇ ਨਾ ਆਪਣੇ ਹੀ ਤਰੀਕੇ ਦੇ ਨਾਲ ਹਮਲਾ ਕਰ ਦਿੱਤਾ ਸੀ। ਤੀਸਰੀ ਮੁਹਿੰਮ ਜਿਹੜੀ ਹੈ 1819 ਦੇ ਵਿੱਚ ਹੁੰਦੀ ਹੈ ਕਸ਼ਮੀਰ ਦੇ ਉੱਪਰ। ਸੋ ਇਹ ਜਿਹੜੀ ਲੜਾਈ ਹੁੰਦੀ ਹੈ ਜਬਰ ਖਾਨ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਹੁੰਦੀ ਹੈਗੀ ਆ। ਦੋਹਾਂ ਫੌਜਾਂ ਦੇ ਵਿਚਕਾਰ 5 ਜੁਲਾਈ 1819 ਨੂੰ ਸਪੇਨ ਵਿਖੇ ਜਿਹੜਾ ਹੈ ਇਹ ਯੁੱਧ ਹੁੰਦਾ ਹੈਗਾ ਔਰ ਸਿੱਖ ਜਿਹੜੇ ਉਹ ਫੌਜਾਂ ਦੇ ਅੱਗੇ ਅਫਗਾਨ ਫੌਜਾਂ ਬਹੁਤ ਦੇਰ ਤੱਕ ਜਿਹੜੀਆਂ ਟਿਕ ਨਹੀਂ ਸਕੀਆਂ ਅਤੇ ਉਹ ਲੜਾਈ ਦੇ ਮੈਦਾਨ ਵਿੱਚੋਂ ਭੱਜ ਜਾਂਦੀਆਂ ਹੈ ਕਿਉਂਕਿ ਸਿੱਖ ਜਿਹੜੇ ਹਨ ਪਹਿਲੀ ਬਹਾਦਰੀ ਦੇ ਨਾਲ ਕੰਮ ਕਰ ਰਹੇ ਸੀ ਔਰ ਉਹਨਾਂ ਦਾ ਜੋਸ਼ ਦੇਖ ਕੇ ਹਰ ਕੋਈ ਜਿਹੜਾ ਘਬਰਾ ਜਾਂਦਾ ਸੀ। ਸੋ ਇਸ ਤਰੀਕੇ ਦੇ ਨਾਲ ਜਲਦੀ ਹੀ ਜਿਹੜਾ ਕਸ਼ਮੀਰ ਦੀ ਤੀਸਰੀ ਮੁਹਿੰਮ ਦੇ ਦੌਰਾਨ ਕਸ਼ਮੀਰ ਦੇ ਉੱਪਰ ਜਿਹੜਾ ਹੈ ਸਿੱਖਾਂ ਦਾ ਕਬਜ਼ਾ ਹੋ ਜਾਂਦਾ ਹੈਗਾ ਔਰ ਮਿਸਰ ਦੀਵਾਨ ਚੰਦ ਨੂੰ ਫਤਿਹ ਔਰ ਨੁਸਰਤ ਨਸੀਬ ਯਾਨੀ ਕਿ ਜਿਸ ਦੇ ਭਾਗਾਂ ਦੇ ਵਿੱਚ ਸਦਾ ਜਿੱਤ ਲਿਖੀ ਹੋਵੇ ਇਹ ਖਿਤਾਬ ਦਿੱਤਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਕਿਉਂਕਿ ਇਸ ਜਿੱਤ ਦੇ ਵਿੱਚ ਜਿਹੜਾ ਹੈ ਉਹ ਮਿਸਰ ਦੀਵਾਨ ਚੰਦ ਦਾ ਪ੍ਰਮੁੱਖ ਯੋਗਦਾਨ ਰਹਿੰਦਾ ਹੈ ਕਿਉਂਕਿ ਇਸ ਦੀ ਅਗਵਾਈ ਦੇ ਅਧੀਨ ਹੀ ਇਸ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ। ਸੋ ਨੈਕਸਟ ਹੈ ਕਸ਼ਮੀਰ ਦਾ ਪ੍ਰਸ਼ਾਸਨ ਕਿਸ ਤਰ੍ਹਾਂ ਦਾ ਸੀਗਾ। ਸੋ 1819 ਦੇ ਵਿੱਚ ਕਸ਼ਮੀਰ ਦੀ ਜਿੱਤ ਤੋਂ ਬਾਅਦ ਸਿੱਖ ਸਾਮਰਾਜ ਦੇ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀਵਾਨ ਮੋਤੀ ਰਾਮ ਨੂੰ ਕਸ਼ਮੀਰ ਦਾ ਸਭ ਤੋਂ ਪਹਿਲਾ ਨਾਜ਼ਿਬ ਜਾਂ ਗਵਰਨਰ ਜਿਹੜਾ ਹੈ ਉਹ ਨਿਯੁਕਤ ਕਰਦਾ ਹੈ। ਸੋ ਇਹ ਕਸ਼ਮੀਰ ਦੇ ਵਿੱਚ ਫੈਲੀ ਬਦਅਮਨੀ ਤੇ ਰਿਸ਼ਵਤ ਖੋਰੀ ਨੂੰ ਰੋਕਣ ਦੇ ਵਿੱਚ ਸਫਲ ਰਹਿੰਦਾ ਹੈ, ਜਿਹਦੇ ਕਾਰਨ 1820 ਦੇ ਵਿੱਚ ਹਰੀ ਸਿੰਘ ਨਲਵਾ ਨੂੰ ਕਸ਼ਮੀਰ ਦਾ ਨਵਾਂ ਗਵਰਨਰ ਜਿਹੜਾ ਹੈ ਉਹ ਨਿਯੁਕਤ ਕੀਤਾ ਜਾਂਦਾ ਹੈ ਅਤੇ 1821 ਦੇ ਵਿੱਚ ਮਹਾਰਾਜੇ ਨੂੰ ਹਰੀ ਸਿੰਘ ਨਲਵਾ ਤੇ ਕਿਸੇ ਜ਼ਰੂਰੀ ਕੰਮ ਕਾਰਨ ਕਰਕੇ ਉਸ ਨੂੰ ਵਾਪਸ ਬੁਲਾ ਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਸ ਦੇ ਅਗਲੇ ਜਿਹੜੇ ਕਹਿ ਸਕਦੇ ਆ ਗਵਰਨਰ ਉਹ ਗੁਰਮੁਖ ਸਿੰਘ ਅਤੇ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਜਿਹੜਾ ਹੈ ਉਹ ਨਿਯੁਕਤ ਕੀਤਾ ਜਾਂਦਾ ਹੈ। ਬਟ ਇਹ ਹਰੀ ਸਿੰਘ ਨਲਵਾ ਵਰਗੀ ਜਿਹੜੀ ਸਥਿਤੀ ਹੈ ਉਸ ਨੂੰ ਬਣਾਈ ਰੱਖਣ ਦੇ ਵਿੱਚ ਅਸਫਲ ਰਹਿੰਦੇ ਹੈਗੇ ਨੇ ਕਿ ਓਕੇ। ਨੈਕਸਟ ਹੈ ਪੇਸ਼ਾਵਰ ਦੀ ਜਿੱਤ। ਸੋ ਪੇਸ਼ਾਵਰ ਦੀ ਜਿੱਤ ਜਿਹੜੀ ਹੈ ਉਹ ਪੰਜਾਬ ਦੇ ਉੱਤਰ ਪੱਛਮੀ ਸੀਮਾ ਦੇ ਵਿੱਚ ਸਥਿਤ ਹੋਣ ਕਰਕੇ ਇਸ ਦੀ ਜਿਓਗ੍ਰਾਫੀਕਲ ਜਿਹੜੀ ਇੰਪੋਰਟੈਂਸ ਆ ਉਹ ਜ਼ਿਆਦਾ ਸੀਗੀ ਔਰ ਉੱਤਰ ਪੱਛਮੀ ਸੀਮਾ ਤੋਂ ਪੰਜਾਬ ਵਿੱਚ ਆਉਣ ਵਾਲੇ ਸਾਰੇ ਹਮਲਾਵਰ ਜਿਹੜੇ ਉਹ ਇਸ ਸਥਿਤੀ ਰਾਹੀਂ ਆਉਂਦੇ ਸੀਗੇ, ਇਸ ਖੇਤਰ ਰਾਹੀਂ ਆਉਂਦੇ ਸੀ। ਸੋ ਇਸ ਕਰਕੇ ਜਿਹੜਾ ਹੈ ਮਹਾਰਾਜਾ ਉਹ ਇਸ ਖੇਤਰ ਦੇ ਆਪਣਾ ਰਾਜ ਜਿਹੜਾ ਐਸਟੈਬਲਿਸ਼ ਕਰਨਾ ਚਾਹੁੰਦਾ ਸੀ ਤਾਂ ਕਿ ਉਹ ਇਹਨਾਂ ਨੂੰ ਐਂਟਰ ਹੋਣ ਤੋਂ ਹੀ ਰੋਕ ਸਕੇ। ਠੀਕ ਹੈ, ਤਾਂ ਕਿ ਪੰਜਾਬ ਨੂੰ ਜਿਹੜਾ ਹੈ ਸੁਰੱਖਿਅਤ ਰੱਖਿਆ ਜਾ ਸਕੇ।
ਤਾਂ ਪਿਸ਼ਾਵਰ ਦੇ ਉੱਪਰ ਪਹਿਲੀ ਜਿਹੜੀ ਕਹਿ ਸਕਦੇ ਹਾਂ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ 1818 ਦੇ ਵਿੱਚ ਕੀਤੀ ਜਾਂਦੀ ਹੈ ਔਰ ਅਫਗਾਨਿਸਤਾਨ ਦੇ ਵਿੱਚ ਵਜ਼ੀਰ ਫਤਿਹ ਖਾਨ ਦੇ ਕਤਲ ਦੇ ਕਾਰਨ ਅਰਾਜਕਤਾ ਫੈਲੀ ਹੁੰਦੀ ਹੈ। ਸੋ ਇਹ ਪ੍ਰਮੁੱਖ ਕਾਰਨ ਸੀਗਾ ਇਸ 'ਤੇ। ਸੋ ਇਸੇ ਸਥਿਤੀ ਦਾ ਲਾਭ ਉਠਾਉਂਦੇ ਹੋਏ ਮਹਾਰਾਜਾ ਰਣਜੀਤ ਸਿੰਘ ਜਿਹੜਾ ਕਹਿ ਸਕਦੇ ਹਾਂ ਅਕਤੂਬਰ 1818 ਦੇ ਵਿੱਚ ਪੇਸ਼ਾਵਰ ਦੇ ਉੱਪਰ ਆਪਣਾ ਅਧਿਕਾਰ ਕਰਨ ਦੇ ਲਈ ਚੱਲ ਪੈਂਦਾ ਹੈ। ਓਕੇ, ਔਰ ਉਸ ਸਮੇਂ ਪੇਸ਼ਾਵਰ ਦੇ ਉੱਪਰ ਦੋ ਬਰਕਜਾਈ ਭਰਾ ਜਿਸ ਦਾ ਨਾਮ ਯਾਰ ਮੁਹੰਮਦ ਖਾਂ ਅਤੇ ਦੋਸਤ ਮੁਹੰਮਦ ਖਾਂ ਸੀ, ਇਹ ਦੋਨੋਂ ਸਾਂਝੇ ਰੂਪ ਦੇ ਉੱਪਰ ਜਿਹੜਾ ਉੱਥੇ ਸ਼ਾਸਨ ਕਰ ਰਹੇ ਸੀ। ਔਰ 20 ਨਵੰਬਰ 1818 ਨੂੰ ਬਿਨਾਂ ਕਿਸੇ ਔਕੜ ਦੇ ਮਹਾਰਾਜਾ ਰਣਜੀਤ ਸਿੰਘ ਪੇਸ਼ਾਵਰ ਦੇ ਉੱਪਰ ਆਪਣਾ ਕਬਜ਼ਾ ਜਿਹੜਾ ਉਹ ਕਰ ਲੈਂਦਾ ਹੈ। ਉਸਨੇ ਅਟਕ ਦੇ ਸਾਬਕਾ ਸ਼ਾਸਕ ਜਹਾਂਦਨ ਖਾਨ ਨੂੰ ਪੇਸ਼ਾਵਰ ਦਾ ਨਵਾਂ ਗਵਰਨਰ ਜਿਹੜਾ ਨਿਯੁਕਤ ਕੀਤਾ ਪਹਿਲੀ ਮੁਹਿੰਮ ਦੇ ਦੌਰਾਨ। ਓਕੇ, ਫਿਰ ਇਸ ਤੋਂ ਬਾਅਦ ਦੂਸਰੀ ਮੁਹਿੰਮ ਜਿਹੜੀ ਹੁੰਦੀ ਹੈ ਜਿਹੜੀ ਕਿ 1819 ਦੇ ਵਿੱਚ ਹੁੰਦੀ ਹੈ। ਬਟ ਧਿਆਨ ਰੱਖਣਾ ਕਿ ਪਹਿਲੀ ਮੁਹਿੰਮ ਦੇ ਦੌਰਾਨ ਉਹ ਆਪਣੇ ਸਮਰਾਜ ਦੇ ਵਿੱਚ ਇਸ ਨੂੰ ਸ਼ਾਮਲ ਨਹੀਂ ਕਰਦਾ ਬਟ ਅਧਿਕਾਰ ਜ਼ਰੂਰ ਕਰ ਲੈਂਦਾ ਹੈ। ਠੀਕ ਹੈ, ਸੋ ਇਸ ਲਈ ਉਹ ਜਹਾਂਦਨ ਖਾਨ ਨੂੰ ਪੇਸ਼ਾਵਰ ਦਾ ਗਵਰਨਰ ਨਿਯੁਕਤ ਕਰ ਦਿੰਦਾ ਹੈ। ਤਾਂ ਦੂਸਰੀ ਮੁਹਿੰਮ 1819 ਦੇ ਵਿੱਚ ਹੁੰਦੀ ਹੈ। ਸੋ ਮਹਾਰਾਜਾ ਰਣਜੀਤ ਸਿੰਘ ਸਾਹਿਬਜ਼ਾਦਾ ਖੜਕ ਸਿੰਘ ਅਤੇ ਮਿਸਰ ਦੀਵਾਨ ਚੰਦ ਦੀ ਅਗਵਾਈ ਦੇ ਅਧੀਨ ਤਕਰੀਬਨ 12,000 ਸੈਨਿਕ ਲੈ ਕੇ ਪੇਸ਼ਾਵਰ ਦੇ ਉੱਪਰ ਹਮਲਾ ਕਰਦਾ ਹੈ ਔਰ ਯਾਰ ਮੁਹੰਮਦ ਖਾਂ ਅਤੇ ਦੋਸਤ ਮੁਹੰਮਦ ਖਾਂ ਰਣਜੀਤ ਸਿੰਘ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਦੀ ਬਜਾਏ ਉਹਨਾਂ ਦੀ ਅਧੀਨਤਾ ਸਵੀਕਾਰ ਕਰ ਲੈਂਦੇ ਨੇ ਕਿ ਉਹ ਉਹਨਾਂ ਦੇ ਅਧੀਨ ਰਹਿ ਕੇ ਜਿਹੜਾ ਆਪਣਾ ਕੰਮ ਕਰਨਗੇ। ਸੋ ਕਾਬਲ ਦਾ ਨਵਾਂ ਵਜ਼ੀਰ ਜਿਹੜਾ ਆਜ਼ਮ ਖਾਨ ਸੀਗਾ ਉਹ ਯਾਰ ਮੁਹੰਮਦ ਖਾਨ ਨੂੰ ਸਬਕ ਸਿਖਾਉਣ ਦੇ ਨਾਲ ਉਦੇਸ਼ ਦੇ ਨਾਲ ਆਜ਼ਮ ਖਾਨ ਨੇ ਦੋਸਤ ਮੁਹੰਮਦ ਖਾਨ ਨਾਲ ਰਲ ਕੇ ਪੇਸ਼ਾਵਰ ਦੇ ਉੱਪਰ ਹਮਲਾ ਕੀਤਾ ਕਿਉਂਕਿ ਉਹ ਇਸ ਦੇ ਵਿੱਚ ਬੇਇੱਜ਼ਤੀ ਸਮਝਦਾ ਸੀ ਕਿ ਉਸ ਦਾ ਦੋਸਤ ਜਿਹੜਾ ਹੈ ਨਾ ਮੀਨਸ ਉਸ ਦੀ ਜਿਹੜੇ ਫੈਮਿਲੀ 'ਚ ਉਸ ਦੀ ਬੈਕਗਰਾਊਂਡ ਦੇ ਵਿੱਚੋਂ ਜਿਹੜਾ ਪਰਸਨ ਸੀ ਉਹ ਹਾਰ ਮੰਨ ਗਿਆ ਅਤੇ ਉਸਨੇ ਮਹਾਰਾਜਾ ਦੀ ਜਿਹੜੀ ਅਧੀਨਤਾ ਸਵੀਕਾਰ ਕਰ ਲਿਆ। ਸੋ ਇਸੇ ਲਈ ਉਸ ਤੋਂ ਬਦਲਾ ਲੈਣਾ ਚਾਹੁੰਦਾ ਸੀ। ਤਾਂ ਯਾਰ ਮੁਹੰਮਦ ਖਾਨ ਬਿਨਾਂ ਮੁਕਾਬਲੇ ਕੀਤੇ ਹੀ ਇਸ ਲੜਾਈ ਦੇ ਵਿੱਚੋਂ ਦੌੜ ਜਾਂਦਾ ਹੈ ਅਤੇ 27 ਜਨਵਰੀ 1823 ਨੂੰ ਪੇਸ਼ਾਵਰ ਦੇ ਉੱਪਰ ਆਜ਼ਮ ਦਾ ਜਿਹੜਾ ਅਧਿਕਾਰ ਆ ਉਹ ਹੋ ਜਾਂਦਾ ਹੈ ਕਾਕਾ। ਠੀਕ ਹੈ, ਕਿਉਂਕਿ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਆਪਣੇ ਅਧੀਨ ਨਹੀਂ ਕੀਤਾ ਹੁੰਦਾ ਬਟ ਜਿਹੜਾ ਹੈ ਦੂਸਰੇ ਵਿਅਕਤੀਆਂ ਦੇ ਕਸੌਮ ਦਿੱਤੇ ਹੁੰਦੇ ਸੀ। ਤੀਸਰੀ ਮੁਹਿੰਮ ਸੀਗੀ ਜਿਹੜੀ 1823 ਦੇ ਵਿੱਚ ਹੁੰਦੀ ਹੈ। ਆਜ਼ਮ ਖਾਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀਗਾ ਕਿ ਉਸ ਨੂੰ ਕਿਸੇ ਸਮੇਂ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਫੌਜਾਂ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਇਸ ਲਈ ਉਹ ਫੌਜ ਨੂੰ ਤਿਆਰ ਕਰਨ ਦੇ ਲਈ ਆਪਣਾ ਸਾਰਾ ਸਿਸਟਮ ਤਿਆਰ ਕਰਨ ਦੇ ਲਈ ਜਿਹੜਾ ਯੋਗਦਾਨ ਪਾ ਰਿਹਾ ਸੀਗਾ। ਔਰ ਦੂਜੇ ਪਾਸੇ ਰਣਜੀਤ ਸਿੰਘ ਵੀ ਜਿਹੜਾ ਸੀ ਉਹ ਏਸੀ ਦੇ ਵਿੱਚ ਲੱਗਿਆ ਹੋਇਆ ਸੀਗਾ ਕਿ ਉਹ ਜਲਦੀ ਤੋਂ ਜਲਦੀ ਸੈਨਿਕ ਤਿਆਰੀਆਂ ਕਰਕੇ ਪੇਸ਼ਾਵਰ ਨੂੰ ਆਪਣੇ ਅਧੀਨ ਕਰ ਲਵੇ। ਤਾਂ ਮਹਾਰਾਜਾ ਨੇ ਹਰੀ ਸਿੰਘ ਨਲਵਾ, ਸਾਹਿਬਜ਼ਾਦਾ ਸ਼ੇਰ ਸਿੰਘ ਅਤੇ ਅਟਰ ਸਿੰਘ ਅਟਾਰੀ ਵਾਲੇ ਵਰਗੇ ਸੈਨਾਪਤੀ ਦੀ ਅਗਵਾਈ ਦੇ ਅਧੀਨ ਇੱਕ ਵਿਸ਼ਾਲ ਫੌਜ ਜਿਹੜੀ ਹੈ ਉਹ ਪੇਸ਼ਾਵਰ ਦੇ ਵੱਲ ਭੇਜਦਾ ਹੈ ਔਰ ਇਸ ਸੈਨਾ ਦੇ ਅਫਗਾਨਾਂ ਨੂੰ ਹਰਾ ਕੇ ਜਹਾਂਗੀਰ ਨਾਂ ਦੇ ਇੱਕ ਮਹੱਤਵਪੂਰਨ ਜਿਹੜਾ ਕਿਲ੍ਹਾ ਸੀ ਉਸ ਦੇ ਉੱਪਰ ਕਬਜ਼ਾ ਜਿਹੜਾ ਕਰ ਲੈਂਦੇ ਹੈਗੇ ਨੇ ਕਿ। ਸੋ ਨੈਕਸਟ ਆਉਂਦਾ ਹੈ ਨੌਸ਼ਹਿਰਾ ਦੀ ਲੜਾਈ। ਸੋ ਨੌਸ਼ਹਿਰਾ ਦੀ ਲੜਾਈ ਸੀਗੀ ਜਿਹੜੀ ਉਹ ਆਜ਼ਮ ਖਾਂ ਨੇ ਸਿੱਖਾਂ ਦੇ ਵਿਰੁੱਧ ਜਹਾਦ ਦੀ ਘੋਸ਼ਣਾ ਦੇ ਕਾਰਨ ਕੀਤੀ ਸੀ। ਸੋ ਕਿਉਂਕਿ ਸਿੱਖ ਜਿਹੜੇ ਹਨ ਉਹ ਮਜ਼ਬੂਤ ਹੋ ਰਹੇ ਸੀ, ਉਹਨਾਂ ਦੀ ਸੈਨਾ ਮਜ਼ਬੂਤ ਹੋ ਰਹੀ ਸੀਗੀ, ਕਾਫੀ ਸਾਰੇ ਖੇਤਰ ਉਹ ਜਿੱਤ ਰਹੇ ਸੀਗੇ ਹਰ ਇੱਕ ਲੜਾਈ ਦੇ ਵਿੱਚ। ਸੋ ਇਸ ਲਈ ਹੈ ਨਾ ਕਿ ਕੋਸ਼ਿਸ਼ ਕੀਤੀ ਆਜ਼ਮ ਖਾਨ ਨੇ ਕਿ ਸਾਰੇ ਲੋਕਾਂ ਨੂੰ ਹੈ ਨਾ ਇਹ ਨਾਅਰਾ ਦਿੱਤਾ ਕਿ ਜਹਾਦ ਯਾਨੀ ਕਿ ਧਾਰਮਿਕ ਯੁੱਧ ਦੀ ਘੋਸ਼ਣਾ ਕੀਤੀ ਤਾਂ ਕਿ ਹਰ ਇੱਕ ਵਿਅਕਤੀ ਇਸ ਦੇ ਵਿੱਚ ਪਾਰਟੀਸਪੇਟ ਕਰੇ। ਤਾਂ ਇਸੇ ਝੰਡੇ ਦੇ ਅਧੀਨ ਬਹੁਤ ਵੱਡੀ ਮਾਤਰਾ ਦੇ ਵਿੱਚ ਅਫਗਾਨ ਜਿਹੜੇ ਆ ਉਹ ਇਕੱਠੇ ਹੋ ਜਾਂਦੇ ਹੈਗੇ ਨੇਗੇ। ਬਟ ਰਣਜੀਤ ਸਿੰਘ ਵੀ ਜਿਹੜਾ ਪੂਰੀ ਪਲੈਨਿੰਗ ਦੇ ਨਾਲ ਕੰਮ ਕਰਦਾ ਹੈ। ਸੋ ਉਸਨੇ ਆਪਣੀ ਸੈਨਾ ਨੂੰ ਜਿਹੜਾ ਹੈ ਉਹ 3 ਭਾਗਾਂ ਦੇ ਵਿੱਚ ਵੰਡ ਦਿੱਤਾ। ਸੋ ਇੱਕ ਭਾਗ ਸੀ ਜਿਸ ਦੀ ਅਗਵਾਈ ਅਕਾਲੀ ਫੂਲਾ ਸਿੰਘ ਕਰ ਰਿਹਾ ਸੀ ਔਰ ਦੂਸਰਾ ਭਾਗ ਸੀ ਜਿਸ ਦੇ ਵਿੱਚ ਦੇਸਾ ਸਿੰਘ ਮਜੀਠੀਆ ਅਤੇ ਫਤਿਹ ਸਿੰਘ ਆਲੂਵਾਲੀਆ ਜਿਹੜੀ ਉਸ 'ਤੇ ਕਹਿ ਸਕਦੇ ਹਨ ਕਮਾਂਡ ਸੰਭਾਲ ਰਹੇ ਸੀ। ਤੀਸਰਾ ਭਾਗ ਸੀ ਜਿਸ ਦੇ ਵਿੱਚ ਸਾਹਿਬਜ਼ਾਦਾ ਖੜਕ ਸਿੰਘ, ਹਰੀ ਸਿੰਘ ਨਰਵਾ ਅਤੇ ਜਰਨੈਲ ਅਲਵਰਡ ਅਤੇ ਜਨਰਲ ਵਤੂਰਾ ਜਿਹੜੇ ਹਨ ਸੀ ਇਸ ਦੇ ਲੀਡਰ ਸੀਗੇ। ਸੋ ਇਹਨਾਂ ਦੋਨਾਂ ਨੇ 3 ਭਾਗਾਂ ਦੇ ਅਧੀਨ ਜਿਹੜੀ ਸੈਨਾ ਭੇਜੀ ਗਈ ਸੀ ਤਾਂ ਕਿ ਜਿਹੜਾ ਨੌਸ਼ਹਿਰਾ ਦਾ ਖੇਤਰ ਹੈ ਉਸ ਨੂੰ ਜਿੱਤਿਆ ਜਾ ਸਕੇ। ਔਰ 14 ਮਾਰਚ 1823 ਨੂੰ ਦੋਨਾਂ ਖੇਤਰਾਂ ਦੇ ਵਿਚਕਾਰ, ਦੋਨਾਂ ਫੌਜਾਂ ਦੇ ਵਿਚਕਾਰ ਨੌਸ਼ਹਿਰਾ ਵਿਖੇ ਜਿਹੜੀ ਇੱਕ ਲੜਾਈ ਹੁੰਦੀ ਹੈ ਔਰ ਇਸ ਲੜਾਈ ਨੂੰ ਟਿੱਬੀ ਟੇਰਾ ਦੀ ਲੜਾਈ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਓਕੇ, ਔਰ ਇਸ ਲੜਾਈ ਦੇ ਵਿੱਚ ਅਕਾਲੀ ਫੂਲਾ ਸਿੰਘ ਅਤੇ ਇਸ ਤੋਂ ਇਲਾਵਾ ਹੋਰ ਕਈ ਪ੍ਰਸਿੱਧ ਯੋਧੇ ਜਿਹੜੇ ਕਿ ਸਿੱਖ ਸੈਨਾ ਦੇ ਵਿੱਚ ਸੀ ਉਹ ਸ਼ਹੀਦ ਹੋ ਜਾਂਦੇ ਹੈਗੇ ਨੇ, ਮਾਰੇ ਜਾਂਦੇ ਹੈਗੇ ਨੇ ਅਤੇ ਆਜ਼ਮ ਖਾਂ ਅਤੇ ਉਸਦੇ ਸਾਥੀ ਆਪਣੀ ਜਾਨ ਬਚਾਉਣ ਦੇ ਲਈ ਲੜਾਈ ਦੇ ਮੈਦਾਨ ਦੇ ਵਿੱਚੋਂ ਭੱਜ ਜਾਂਦੇ ਹੈਗੇ ਨੇ। ਬਟ ਫਿਰ ਵੀ ਇਸ ਨੁਕਸਾਨ ਦੇ ਬਾਵਜੂਦ ਜਿਹੜੇ ਹੈ ਸੋ ਸਿੱਖਾਂ ਦੀ ਸ਼ਹੀਦੀ ਦੇ ਕਾਰਨ ਵੀ ਜਿਹੜਾ ਬਾਅਦ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਸਿੱਖ ਇਸ ਲੜਾਈ ਦੇ ਵਿੱਚ ਜੇਤੂ ਰਹਿੰਦੇ ਹੈਗੇ ਨੇਗੇ। ਔਰ ਨੌਸ਼ਹਿਰਾ ਦੀ ਜਿੱਤ ਤੋਂ ਬਾਅਦ ਸਿੱਖ ਸੈਨਾਵਾਂ 17 ਮਾਰਚ 1823 ਨੂੰ ਪੇਸ਼ਾਵਰ ਦੇ ਵਿੱਚ ਪਹੁੰਚਦੀਆਂ ਨੇ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰੀ ਫਿਰ ਯਾਰ ਮੁਹੰਮਦ ਖਾਨ ਨੂੰ ਪੇਸ਼ਾਵਰ ਦਾ ਗਵਰਨਰ ਜਿਹੜਾ ਹੈ ਉਹ ਨਿਯੁਕਤ ਕਰ ਦਿੱਤਾ ਸੀ। ਨੈਕਸਟ ਹੈ ਚੌਥੀ ਮੁਹਿੰਮ 1827 ਤੋਂ 31 ਤੱਕ।
ਸੋ 1831 ਤੋਂ 1727 ਤੋਂ 1831 ਦੇ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੂੰ ਸੱਜਦ ਅਹਿਮਦ ਖਾਨ ਦੇ ਵਿਦਰੋਹ ਨੂੰ ਕੁਚਲਣ ਲਈ ਕਈ ਤਰ੍ਹਾਂ ਦੀਆਂ ਸੈਨਿਕ ਮੁਹਿੰਮਾਂ ਭੇਜਣੀਆਂ ਪਈਆਂ ਤਾਂ ਕਿ ਉਸ ਨੂੰ ਕੁਚਲਿਆ ਜਾ ਸਕੇ। ਸੋ ਮਹਾਰਾਜਾ ਰਣਜੀਤ ਸਿੰਘ ਨੇ 1827 ਦੇ ਵਿੱਚ ਬੁੱਧ ਸਿੰਘ ਸੰਧਾਵਾਲੀ ਦੇ ਅਧੀਨ ਇੱਕ ਵਿਸ਼ਾਲ ਫੌਜ ਜਿਹੜੀ ਹੈ ਸੱਜਦ ਅਹਿਮਦ ਖਾਨ ਦੀ ਸ਼ਕਤੀ ਨੂੰ ਕੁਚਲਣ ਦੇ ਲਈ ਭੇਜਦਾ ਹੈ ਔਰ ਸੈਦੂ ਵਿਖੇ ਹੋਈ ਇਸ ਘਮਸਾਨ ਦੀ ਲੜਾਈ ਦੇ ਵਿੱਚ ਸੱਜਦ ਅਹਿਮਦ ਖਾਨ ਜਿਹੜਾ ਉਹ ਹਾਰ ਜਾਂਦਾ ਹੈਗਾ ਗਾ। ਔਰ 1829 ਦੇ ਵਿੱਚ ਸੱਜਦ ਅਹਿਮਦ ਖਾਨ ਨੇ 40,000 ਸੈਨਿਕਾਂ ਦੇ ਨਾਲ ਪੇਸ਼ਾਵਰ ਦੇ ਉੱਤੇ ਦੁਬਾਰਾ ਹਮਲਾ ਕਰ ਦਿੰਦਾ ਹੈ ਅਤੇ ਇਸ ਹਮਲੇ ਦੇ ਦੌਰਾਨ ਯਾਰ ਮੁਹੰਮਦ ਖਾਨ ਉਸ ਦਾ ਮੁਕਾਬਲਾ ਕਰਦੇ ਹੋਏ ਮਾਰਿਆ ਜਾਂਦਾ ਹੈ ਅਤੇ ਇਸ ਤਰੀਕੇ ਦੇ ਨਾਲ ਪੇਸ਼ਾਵਰ ਦੇ ਉੱਪਰ ਸੱਜਦ ਅਹਿਮਦ ਖਾਨ ਦਾ ਫਿਰ ਤੋਂ ਜਿਹੜਾ ਸ਼ਾਸਨ ਹੋ ਜਾਂਦਾ ਹੈਗਾ ਗਾ। ਠੀਕ ਹੈ, ਤਾਂ ਯਾਰ ਮੁਹੰਮਦ ਖਾਨ ਦੇ ਭਰਾ ਸੁਲਤਾਨ ਮੁਹੰਮਦ ਖਾਨ ਨੂੰ ਪੇਸ਼ਾਵਰ ਦਾ ਜਿਹੜਾ ਉਹ ਨਵਾਂ ਗਵਰਨਰ ਨਿਯੁਕਤ ਕੀਤਾ ਜਾਂਦਾ ਹੈ ਸੱਜਦ ਅਹਿਮਦ ਖਾਨ ਦੇ ਦੁਆਰਾ। ਔਰ ਸੱਜਦ ਅਹਿਮਦ ਖਾਨ ਹਲੇ ਵੀ ਆਪਣੀਆਂ ਸਿੱਖ ਵਿਰੋਧੀ ਹਰਕਤਾਂ ਤੋਂ ਜਿਹੜਾ ਕਹਿ ਸਕਦੇ ਹਾਂ ਬਾਹਰ ਨਹੀਂ ਆਉਂਦਾ। ਸੋ ਉਹਨਾਂ ਸਿੱਖਾਂ ਨੂੰ ਕੁਚਲਣ ਦੇ ਲਈ ਸਿੱਖਾਂ ਦੇ ਵਿਰੁੱਧ ਐਕਟੀਵਿਟੀਜ਼ ਉਹ ਕਰਦਾ ਰਹਿੰਦਾ ਹੈ ਕਾਕਾ। ਅਤੇ ਮਈ 1831 ਦੇ ਵਿੱਚ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਨਾਲ ਲੜਦਿਆਂ ਹੋਇਆ ਉਹ ਮਾਰਿਆ ਗਿਆ ਸੀ ਕਿਉਂਕਿ ਸਿੱਖ ਸੈਨਿਕਾਂ ਉਹਦਾ ਵਿਰੋਧ ਕਰ ਰਹੀਆਂ ਸੀ ਔਰ ਉਸ ਤੋਂ ਇਲਾਵਾ ਉਹ ਵੀ ਕਾਫੀ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਕਰ ਰਹੇ ਸੀ ਤਾਂ ਕਿ ਸਿੱਖਾਂ ਨੂੰ ਜਿਹੜਾ ਹਰਾਇਆ ਜਾ ਸਕੇ। ਬਟ ਜਦੋਂ ਹਟਿਆ ਨਹੀਂ ਤਾਂ ਫਿਰ ਉਹ ਅੰਤ ਦੇ ਵਿੱਚ ਉਸਦੀ ਹਾਰ ਹੋ ਜਾਂਦੀ ਹੈ। ਨੈਕਸਟ ਹੈ ਪੰਜਵੀਂ ਮੁਹਿੰਮ 1834 ਦੇ ਵਿੱਚ। ਸੋ 1833-34 ਦੇ ਵਿੱਚ ਫਾਗਨ ਦੇ ਸ਼ਾਸਕ ਦੋਸਤ ਮੁਹੰਮਦ ਖਾਨ ਅਤੇ ਸਾਬਕਾ ਸ਼ਾਸਕ ਸ਼ਾਹ ਸੁਜਾ ਦੇ ਵਿਚਕਾਰ ਰਾਜਗੱਦੀ ਦੀ ਪ੍ਰਾਪਤੀ ਦੇ ਲਈ ਲੜਾਈ ਸ਼ੁਰੂ ਹੋ ਜਾਂਦੀ ਹੈ। ਸੋ ਦੋਨੇ ਆਪਣੇ ਆਪ ਨੂੰ ਜਿਹੜਾ ਹੱਕਦਾਰ ਸਮਝਦੇ ਨੇ। ਸੋ ਸ਼ਾਹਜਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਾਸੋਂ ਜਿਹੜਾ ਕਹਿ ਸਕਦੇ ਹਾਂ ਮਦਦ ਮੰਗੀ ਅਤੇ ਬਦਲੇ ਦੇ ਵਿੱਚ ਪੇਸ਼ਾਵਰ ਦਾ ਜਿਹੜਾ ਇਲਾਕਾ ਉਹ ਦੇਣ ਦਾ ਵਚਨ ਦਿੱਤਾ। ਪਰ ਰਣਜੀਤ ਸਿੰਘ ਨੂੰ ਇਹਨਾਂ ਦੀਆਂ ਗੱਲਾਂ ਦੇ ਉੱਪਰ ਯਕੀਨ ਨਹੀਂ ਸੀ। ਇਸ ਲਈ ਉਸਨੇ 1834 ਦੇ ਵਿੱਚ ਪੇਸ਼ਾਵਰ ਨੂੰ ਆਪਣੇ ਸਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਅਤੇ ਸਾਰਾ ਕੁਝ ਉਹਨਾਂ ਦੇ ਅਧੀਨ ਆ ਗਿਆ। ਸੋ ਇਸ ਉਦੇਸ਼ ਦੇ ਨਾਲ ਉਹਨਾਂ ਨੇ ਸ਼ਹਿਜ਼ਾਦਾ ਨਿਹਾਲ ਸਿੰਘ ਅਤੇ ਹਰੀ ਸਿੰਘ ਨਲਵਾ ਦੀ ਅਗਵਾਈ ਦੇ ਅਧੀਨ ਇੱਕ ਵਿਸ਼ਾਲ ਫੌਜ ਭੇਜ ਕੇ ਜਿਹੜਾ ਕਹਿ ਸਕਦੇ ਹਾਂ ਇਸ ਪੇਸ਼ਾਵਰ ਦੇ ਇਲਾਕੇ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ ਸੀਗਾ। ਠੀਕ ਹੈ, ਔਰ ਸੁਲਤਾਨ ਮੁਹੰਮਦ ਖਾਨ ਇਸ ਖਬਰ ਨੂੰ ਸੁਣਦਿਆਂ ਹੀ ਜਿਹੜਾ ਕਹਿ ਬਿਨਾਂ ਮੁਕਾਬਲਾ ਕੀਤੇ ਹੋਏ ਵਾਪਸ ਮੁੜ ਜਾਂਦਾ ਹੈ ਅਤੇ 6 ਮਈ 1834 ਨੂੰ ਪੇਸ਼ਾਵਰ ਦਾ ਇਲਾਕਾ ਜਿਹੜਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮਰਾਜ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ। ਔਰ ਪੇਸ਼ਾਵਰ ਦਾ ਰਾਜ ਪ੍ਰਬੰਧ ਚਲਾਉਣ ਦੇ ਲਈ ਹਰੀ ਸਿੰਘ ਨਲਵਾ ਨੂੰ ਪਹਿਲਾ ਗਵਰਨਰ ਨਿਯੁਕਤ ਕੀਤਾ ਜਾਂਦਾ ਹੈ ਪੇਸ਼ਾਵਰ ਦਾ। ਓਕੇ, ਨੈਕਸਟ ਹੈ ਦੋਸਤ ਮੁਹੰਮਦ ਖਾਨ ਦੁਆਰਾ ਪੇਸ਼ਾਵਰ ਨੂੰ ਜਿੱਤਣ ਦੇ ਯਤਨ। ਸੋ ਇਸ ਤੋਂ ਬਾਅਦ ਵੀ ਕੋਸ਼ਿਸ਼ ਜਿਹੜੀ ਜਾਰੀ ਰਹਿੰਦੀ ਹੈ। ਤਾਂ ਦੋਸਤ ਮੁਹੰਮਦ ਖਾਨ ਜਿਹੜਾ ਉਹ ਸ਼ਾਹ ਸੁਜਾ ਨੂੰ ਹਰਾ ਦਿੰਦਾ ਹੈ। ਠੀਕ ਹੈ, ਔਰ ਇਸ ਜਿੱਤ ਦੇ ਹੰਕਾਰ ਦੇ ਵਿੱਚ ਆ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਧਮਕੀ ਦੇ ਦਿੰਦਾ ਹੈ ਕਿ ਉਹ ਪੇਸ਼ਾਵਰ ਦਾ ਇਲਾਕਾ ਉਸ ਦੇ ਹਵਾਲੇ ਕਰ ਦੇਵੇ, ਨਹੀਂ ਤਾਂ ਫਿਰ ਉਹ ਲੜਾਈ ਦੇ ਲਈ ਤਿਆਰ ਹੋ ਜਾਵੇ। ਸੋ ਇਸ ਚੀਜ਼ ਸੁਣਦੇ ਹੀ ਫਿਰ ਰਣਜੀਤ ਸਿੰਘ ਜਲਦੀ ਹੀ ਜਿਹੜੀਆਂ ਸੈਨਿਕ ਤਿਆਰੀਆਂ ਸ਼ੁਰੂ ਕਰ ਦਿੰਦਾ ਹੈ ਔਰ ਇਸ ਆਦੇਸ਼ ਦੇ ਨਾਲ ਮਹਾਰਾਜਾ ਫਕੀਰ ਅਜ਼ੀਜ਼ ਉਦੀਨ ਅਤੇ ਹਰਲਾਨ ਨੂੰ ਗੱਲਬਾਤ ਕਰਨ ਦੇ ਲਈ ਕਾਬਲ ਭੇਜਦਾ ਹੈ ਤਾਂ ਕਿ ਲੜਾਈ ਤੋਂ ਜਿਹੜਾ ਟਾਲਿਆ ਜਾ ਸਕੇ ਕਿ ਇਸ ਯੁੱਧ ਤੋਂ। ਬਟ ਉਹ ਕਿਸੇ ਤਰੀਕੇ ਦੇ ਨਾਲ ਨਹੀਂ ਮੰਨਦੇ। ਫਿਰ ਆਖਿਰ ਦੇ ਵਿੱਚ ਜਿਹੜਾ ਕਹਿ ਸਕਦੇ ਲੜਾਈ ਦੇ ਵਿੱਚ ਹੀ ਜਿਹੜਾ ਮਤਲਬ ਕਿ ਨਿਬੜਦਾ ਹੈ ਕੰਮ। ਸੋ ਹਾਲਾਂਕਿ ਫਕੀਰ ਅਜ਼ੀਜ਼ ਉਦੀਨ ਅਤੇ ਹਰਲਾਨ ਜਿਹੜੇ ਆ ਉਸ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਸੁਲਤਾਨ ਮੁਹੰਮਦ ਨੂੰ। ਔਰ ਇਸ ਲੜਾਈ ਦੇ ਵਿੱਚ ਜਿਹੜਾ ਕਹਿ ਸਕਦੇ ਮੈਦਾਨ ਦੇ ਵਿੱਚ ਪਹੁੰਚਦਿਆਂ ਹੀ ਜੋ ਯੋਜਨਾ ਬਣਾਈ ਗਈ ਹੁੰਦੀ ਹੈ, ਜੋ ਪਲੈਨਿੰਗ ਕੀਤੀ ਹੁੰਦੀ ਹੈ, ਸੋ ਉਸੇ ਤਰੀਕੇ ਦੇ ਨਾਲ ਇਹ ਸਭ ਕੁਝ ਹੋ ਪਾਉਂਦਾ ਹੈਗਾ। ਅਤੇ 11 ਮਈ 1835 ਨੂੰ ਰਾਤ ਨੂੰ ਜਿਹੜਾ ਹੈ ਦੋਸਤ ਮੁਹੰਮਦ ਖਾਨ ਆਪਣੇ ਸੈਨਿਕਾਂ ਸਮੇਤ ਕਾਬਲ ਦੌੜ ਜਾਂਦਾ ਹੈ, ਛੱਡ ਜਾਂਦਾ ਹੈ ਇਸ ਲੜਾਈ ਨੂੰ। ਓਕੇ, ਸੋ ਨੈਕਸਟ ਹੈ ਜਮਰੌਦ ਦੀ ਲੜਾਈ। ਸੋ ਕਾਬਲ ਪਹੁੰਚ ਕੇ ਦੋਸਤ ਮੁਹੰਮਦ ਖਾਨ ਉੱਥੇ ਵੀ ਉਸੇ ਤਰੀਕੇ ਨਾਲ ਐਕਟੀਵਿਟੀਜ਼ ਕਰਦਾ ਰਹਿੰਦਾ ਹੈ, ਹਟਦਾ ਨਹੀਂ ਆਪਣੇ ਵਿਸ਼ਿਆਂ ਤੋਂ ਸੋ ਇਸ ਤਰੀਕੇ ਨਾਲ ਹਰੀ ਸਿੰਘ ਨਲਵਾ ਨੇ ਅਫਗਾਨਾਂ ਦੇ ਹਮਲਿਆਂ ਨੂੰ ਰੋਕਣ ਦੇ ਲਈ ਜਮਰੌਦ ਵਿਖੇ ਇੱਕ ਸ਼ਕਤੀਸ਼ਾਲੀ ਕਿਲੇ ਦਾ ਨਿਰਮਾਣ ਕਰਦਾ ਹੈ ਤਾਂ ਕਿ ਜੇਕਰ ਕੋਈ ਹਮਲਾ ਕਰੇਗਾ ਤਾਂ ਉਸ ਤਰੀਕੇ ਨਾਲ ਉਸਦਾ ਜਿਹੜਾ ਹੱਲ ਕੀਤਾ ਜਾ ਸਕੇ। ਤਾਂ ਦੋਸਤ ਮੁਹੰਮਦ ਖਾਨ ਆਪਣੇ ਪੁੱਤਰ ਮੁਹੰਮਦ ਅਕਬਰ ਅਤੇ ਸ਼ਮਸ ਉਦੀਨ ਦੇ ਅਧੀਨ 20,000 ਸੈਨਿਕ ਲੈ ਕੇ ਜਮਰੌਦ ਵਿਖੇ ਜਿਹੜਾ ਹਮਲਾ ਕਰਦਾ ਹੈ ਔਰ ਇਹ ਹਮਲਾ ਜਿਹੜਾ ਹੈ 28 ਅਪ੍ਰੈਲ 1837 ਨੂੰ ਜਮਰੌਦ ਦੇ ਉੱਪਰ ਹੁੰਦਾ ਹੈਗਾ, ਜਮਰੌਦ ਨਾਂ ਦੇ ਸਥਾਨ ਦੇ ਉੱਪਰ। ਔਰ ਸਰਦਾਰ ਮਹਾਂ ਸਿੰਘ ਨੇ ਤਕਰੀਬਨ 2 ਦਿਨਾਂ ਤੱਕ ਕੇਵਲ 600 ਸੈਨਿਕਾਂ ਦੇ ਨਾਲ ਅਫਗਾਨ ਫੌਜ ਦਾ ਜਿਹੜਾ ਡਟ ਕੇ ਮੁਕਾਬਲਾ ਕੀਤਾ ਸੀ। ਆਪਾਂ MCQ ਵੀ ਕੀਤਾ ਸੀ ਕਿ ਸਰਦਾਰ ਮਹਾਂ ਸਿੰਘ ਨੇ 2 ਦਿਨਾਂ ਤੱਕ ਸਿਰਫ 2 ਦਿਨਾਂ ਤੱਕ ਜਿਹੜਾ ਕਹਿ 600 ਸੈਨਿਕਾਂ ਦੇ ਨਾਲ ਮੁਕਾਬਲਾ ਕੀਤਾ ਸੀ, ਸਿਰਫ ਇਕੱਲਿਆਂ ਨੇ। ਔਰ ਉਸ ਸਮੇਂ ਹਰੀ ਸਿੰਘ ਨਲਵਾ ਜਿਹੜਾ ਉਹ ਬਿਮਾਰ ਹੋਣ ਕਰਕੇ ਇਸ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋ ਪਾਇਆ ਸੀ। ਬਟ ਜਿੱਦਾਂ ਹੀ ਉਸ ਨੂੰ ਇਹ ਖਬਰ ਮਿਲਦੀ ਹੈ ਕਿ ਅਫਗਾਨਾਂ ਨੇ ਹਮਲਾ ਕਰ ਦਿੱਤਾ ਹੈ ਤਾਂ ਉਹ ਜਲਦੀ ਹੀ ਕਹਿ ਸਕਦੇ ਮਤਲਬ ਕਿ 10,000 ਸੈਨਿਕ ਲੈ ਕੇ ਜਮਰੌਦ ਵਿਖੇ ਪਹੁੰਚ ਜਾਂਦਾ ਹੈ। ਔਰ ਅਚਾਨਕ 2 ਗੋਲੇ ਲੱਗਣ ਜਾਣ ਕਾਰਨ
30 ਅਪ੍ਰੈਲ 1837 ਨੂੰ ਹਰੀ ਸਿੰਘ ਨਲਵਾ ਜਿਹੜਾ ਉਹ ਸ਼ਹੀਦ ਹੋ ਜਾਂਦਾ। ਕਾਰਨ ਇਹ ਸੀ ਕਿ ਇੱਕ ਬਿਮਾਰ ਸੀਗੇ, ਦੂਸਰਾ ਹੈ ਨਾ ਗੋਲੇ ਲੱਗ ਜਾਂਦੇ ਨੇ, ਜਿਸ ਦੇ ਕਾਰਨ ਉਹ ਸ਼ਹੀਦ ਹੋ ਜਾਂਦੇ ਨੇ। ਤਾਂ ਜਮਰੌਦ ਦੀ ਲੜਾਈ ਦੇ ਵਿੱਚ ਹਰੀ ਸਿੰਘ ਨਲਵਾ 30 ਅਪ੍ਰੈਲ 1837 ਨੂੰ ਸ਼ਹੀਦ ਹੋ ਜਾਂਦੇ ਨੇ। ਸੋ ਇਸ ਸ਼ਹੀਦੀ ਦਾ ਬਦਲਾ ਲੈਣ ਦੇ ਲਈ ਸਿੱਖ ਜਿਹੜੇ ਉਹ ਅਫਗਾਨਾਂ ਦੇ ਉੱਪਰ ਬੜੀ ਤੇਜ਼ੀ ਦੇ ਨਾਲ ਹਮਲਾ ਕਰਦੇ ਨੇ ਅਤੇ ਜਲਦੀ ਹੀ ਉਹ ਇਸ ਇਲਾਕੇ ਨੂੰ ਜਿੱਤ ਲੈਂਦੇ ਨੇ, ਕਿਉਂਕਿ ਉਹਨਾਂ ਦੇ ਵਿੱਚ ਇੱਕ ਗੁੱਸਾ ਜਿਹੜਾ ਹੈ ਨਾ ਉਹ ਦਿਖਦਾ ਹੈ ਇਸ ਲੜਾਈ ਦੇ ਵਿੱਚ। ਨੈਕਸਟ ਹੈ ਪੇਸ਼ਾਵਰ ਦਾ ਪ੍ਰਸ਼ਾਸਨ। ਸੋ ਜਦੋਂ ਹਰੀ ਸਿੰਘ ਨਲਵਾ ਦੀ ਜਿਹੜੀ ਸ਼ਹੀਦੀ ਹੁੰਦੀ ਹੈ ਤਾਂ ਉਸ ਤੋਂ ਕਈ ਦਿਨ ਤੱਕ ਜਿਹੜਾ ਰਣਜੀਤ ਸਿੰਘ ਨਾ ਰੋਂਦਾ ਰਹਿੰਦਾ ਹੈ, ਕਿਉਂਕਿ ਉਸ ਦਾ ਸਭ ਤੋਂ ਪ੍ਰਸਿੱਧ ਸੈਨਾਪਤੀ ਸੀਗਾ ਔਰ ਜਿੰਨਾ ਸਮਰਾਜ ਦਾ ਵਿਸਤਾਰ ਉਸਨੇ ਕੀਤਾ ਸੀ ਹੋਰ ਸ਼ਾਇਦ ਕਿਸੇ ਨੇ ਨਹੀਂ ਕੀਤਾ ਸੀਗਾ। ਨੈਕਸਟ ਹੈ ਪੇਸ਼ਾਵਰ ਦਾ ਪ੍ਰਸ਼ਾਸਨ। ਸੋ ਪੇਸ਼ਾਵਰ ਦਾ ਪ੍ਰਸ਼ਾਸਨ ਜਿਹੜਾ ਸੀ 1834 ਦੇ ਵਿੱਚ ਇਸ ਨੂੰ ਜਿਹੜਾ ਹੈ ਸਿੱਖ ਸਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਅਤੇ ਸਭ ਤੋਂ ਪਹਿਲਾ ਨਾਜ਼ਮ ਜਾਂ ਗਵਰਨਰ ਜਿਹੜਾ ਉਹ ਹਰੀ ਸਿੰਘ ਨਲਵਾ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਚੁਣਿਆ ਸੀਗਾ। ਔਰ ਪ੍ਰਾਂਤ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਲਈ ਲਗਾਨ ਨੂੰ ਇਕੱਠਾ ਕਰਨ ਦੇ ਲਈ ਤਕਰੀਬਨ 12,000 ਸੈਨਿਕ ਜਿਹੜੇ ਉਹ ਦਿੱਤੇ ਗਏ ਸੀ ਤਾਂ ਕਿ ਲਗਾਨ ਇਕੱਠਾ ਕੀਤਾ ਜਾ ਸਕੇ ਹੈ ਨਾ, ਔਰ ਸ਼ਾਂਤੀ ਵੀ ਸਥਾਪਿਤ ਕੀਤੀ ਜਾ ਸਕੇ। ਖੇਤੀਬਾੜੀ ਨੂੰ ਉਤਸ਼ਾਹਿਤ ਕੀਤਾ ਗਿਆ ਸੀਗਾ। ਇਸ ਤੋਂ ਇਲਾਵਾ ਲੋਕਾਂ ਦੇ ਉੱਪਰ ਘੱਟ ਤੋਂ ਘੱਟ ਜਿਹੜਾ ਕਹਿ ਸਕਦੇ ਹਾਂ ਹੈ ਨਾ ਜੋ ਜੁਰਮਾਨਾ ਜੋ ਕਹਿ ਸਕਦੇ ਹਾਂ ਕਰ ਵਗੈਰਾ ਲਿਆ ਜਾਂਦਾ ਸੀਗਾ ਹੈ ਨਾ, ਸੋ ਜ਼ਿਆਦਾ ਨਹੀਂ ਹੁੰਦਾ ਸੀ, ਲੋਕਾਂ ਦੀ ਪਹੁੰਚ ਦੇ ਅਨੁਸਾਰ ਹੀ ਲਿਆ ਜਾਂਦਾ ਸੀਗਾ। ਹਰੀ ਸਿੰਘ ਨਲਵਾ ਨੇ ਇਸ ਖੇਤਰ ਦੇ ਵਿੱਚ ਜਮਰੌਦ ਅਤੇ ਸਬਕਦਾਰ ਨਾਂ ਦੇ 2 ਕਿਲਿਆਂ ਦਾ ਜਿਹੜਾ ਉਸਾਰੀ ਕਰਵਾਈ ਸੀਗੀ, ਜੋ ਕਿ ਜੰਗ ਦੇ ਵਿੱਚ ਉਹਨਾਂ ਨੂੰ ਮਦਦ ਕਰਦੇ ਸੀ। ਅਤੇ ਅਪ੍ਰੈਲ 1837 ਦੇ ਵਿੱਚ ਹਰੀ ਸਿੰਘ ਨਲਵਾ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਜਨਰਲ ਅਵੀਤਵਿਲ ਨੂੰ ਪੇਸ਼ਾਵਰ ਦਾ ਨਵਾਂ ਗਵਰਨਰ ਜਿਹੜਾ ਹੈ ਉਹ ਨਿਯੁਕਤ ਕੀਤਾ ਸੀਗਾ। ਓਕੇ, ਸੋ ਨੈਕਸਟ ਹੈ ਗੁਰਮਤਾ ਦਾ ਖਾਤਮਾ। ਸੋ ਗੁਰਮਤਾ ਜਿਹੜੀ ਆ ਉਹ ਸਿੱਖਾਂ ਦੀ ਇੱਕ ਕੇਂਦਰੀ ਸੰਸਥਾ ਮੰਨੀ ਜਾਂਦੀ ਸੀਗੀ ਪੁਰਾਣੇ ਸਮੇਂ ਦੇ ਵਿੱਚ, ਬਟ ਗੁਰਮਤਾ ਦੀ ਸਭਾ ਸੀ ਜਿਹੜੀ ਉਹ ਅੰਮ੍ਰਿਤਸਰ ਦੇ ਵਿਖੇ ਅਕਾਲ ਤਖ਼ਤ ਸਾਹਿਬ ਦੇ ਵਿਖੇ ਹੋਇਆ ਕਰਦੀ ਸੀ ਅਤੇ ਹਰ ਤਰ੍ਹਾਂ ਦੇ ਧਾਰਮਿਕ ਅਤੇ ਰਾਜਨੀਤਿਕ ਮਾਮਲਿਆਂ ਦਾ ਜਿਹੜਾ ਨਿਪਟਾਰਾ ਕੀਤਾ ਜਾਂਦਾ ਸੀਗਾ। ਵਿਸਾਖੀ ਵਾਲੇ ਦਿਨ ਜਿਹੜੀ ਇਹ ਸਭਾ ਬੁਲਾਈ ਜਾਂਦੀ ਹੁੰਦੀ ਸੀਗੀ, ਬਟ ਮਹਾਰਾਜਾ ਰਣਜੀਤ ਸਿੰਘ ਨੇ ਇਸ ਸੰਸਥਾ ਦਾ 1805 ਦੇ ਵਿੱਚ ਖਾਤਮਾ ਕਰ ਦਿੱਤਾ ਸੀ, ਜਿਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਸੁਤੰਤਰ ਰੂਪ ਦੇ ਵਿੱਚ ਆਪਣੇ ਫੈਸਲੇ ਲੈਣ ਲਈ ਤਿਆਰ ਹੋ ਗਿਆ ਸੀਗਾ। ਮੀਨਸ ਉਹਦੇ ਉੱਪਰ ਕਿਸੇ ਦਾ ਹੁਣ ਅਧਿਕਾਰ ਜਿਹੜਾ ਨਹੀਂ ਰਿਹਾ ਸੀ। ਓਕੇ, ਸੋ ਇਹ ਸੀ ਅੱਜ ਦਾ ਸਾਡਾ ਟੌਪਿਕ, ਜਿਸ ਦੇ ਵਿੱਚ ਸੈਕੰਡ ਪਾਰਟ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਕੀਤਾ ਹੈ, ਜਿਸ ਦੇ ਵਿੱਚ ਪ੍ਰਮੁੱਖ ਲੜਾਈਆਂ ਦਾ ਆਪਾਂ ਜ਼ਿਕਰ ਕੀਤਾ ਹੈ। ਸੋ ਨੈਕਸਟ 2 ਜਾਂ 3 ਟੌਪਿਕ ਇਸ 'ਤੇ ਹੋਰ ਬਣ ਜਾਣਗੇ, ਕਿਉਂਕਿ ਕਾਫੀ ਵਾਸਟ ਹੈ। ਇਸ ਦੇ ਵਿੱਚ ਸੰਧੀਆਂ ਵਗੈਰਾ, ਅੰਗਰੇਜ਼ਾਂ ਦੇ ਨਾਲ ਲੜਾਈਆਂ, ਠੀਕ ਹੈ, ਜਾਂ ਅੰਗਰੇਜ਼ਾਂ ਨੇ ਕਿਵੇਂ ਇਸ ਨੂੰ ਆਪਣੇ ਸਮਰਾਜ ਦੇ ਵਿੱਚ ਸ਼ਾਮਲ ਕੀਤਾ, ਉਹ ਸਭ ਕੁਝ ਇਸ ਦੇ ਵਿੱਚ ਇਨਕਲੂਡ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।